ਵਾਇਸ ਆਫ ਇੰਡੀਆ ਤੇ ਆਪ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਜੀ। ਮੈਂ ਤੁਹਾਡਾ ਹੋਸਟ ਐਮਪੀ ਸਿੰਘ। ਮੇਰੇ ਨਾਲ ਨੇ ਅੱਜ ਪ੍ਰਿੰਕਾ ਬੈਂਸ ਜੀ। ਵੈਲਕਮ ਪ੍ਰਿੰਕਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਜ ਅਸੀਂ ਬਿਜ਼ਨੈਸਿਸ ਦੀ ਗੱਲ ਕਰ ਰਹੇ ਹਾਂ, ਖਾਸ ਕਰਕੇ ਕੋਵਿਡ-19 ਦੇ ਕਰਕੇ ਜਿਹੜੇ ਬਿਜ਼ਨੈਸਿਸ ਦੇ ਚੰਗੇ ਜਾਂ ਬੁਰੇ ਮਾੜੇ ਇਫੈਕਟ ਪ੍ਰਭਾਵ ਪਏ। ਜੋ ਚੰਗਾ ਹੋਇਆ ਅਸੀਂ ਉਹ ਵੀ ਗੱਲ ਕਰਾਂਗੇ, ਜੋ ਬੁਰਾ ਹੈ ਉਹ ਵੀ ਗੱਲ ਕਰਾਂਗੇ। ਹਾਂਜੀ। ਆਮ ਤੌਰ ਤੇ ਵੈਸੇ ਕੰਸੈਪਟ ਇਹ ਹੈ ਕਿ ਕੋਵਿਡ-19 ਨੇ ਬਿਜ਼ਨੈਸਿਸ ਨੂੰ ਬਹੁਤ ਜ਼ਿਆਦਾ ਇਫੈਕਟ ਕੀਤਾ, ਬੈਡਲੀ ਇਫੈਕਟ ਕੀਤਾ। ਬਿਜ਼ਨੈਸਿਸ ਬੰਦ ਹੋ ਗਏ, ਘਟ ਗਿਆ ਕੰਮ, ਇਸ ਤਰੀਕੇ ਦੀਆਂ ਗੱਲਾਂ ਹੈਗੀਆਂ। ਹੁਣ ਜਿਉਂ ਕੋਵਿਡ-19 ਦੀ ਆਪਾਂ ਗੱਲ ਕਰ ਰਹੇ ਹਾਂ ਜੀ, ਪੂਰੇ ਵਰਲਡ ਵਿੱਚ ਇੱਕ ਵਾਰੀ ਦੁਬਾਰਾ ਫਿਰ ਕੋਵਿਡ-19 ਦੀ ਚਰਚਾ ਹੋਣੀ ਸ਼ੁਰੂ ਹੋ ਗਈ ਹੈ। ਪਿਛਲੇ ਸਾਲ ਇਹਨਾਂ ਦਿਨਾਂ ਵਿੱਚ ਹੀ ਇਹ ਗੱਲ ਆਈ ਸੀ ਸਾਹਮਣੇ ਕਿ ਕੋਵਿਡ ਇੱਕ ਇਹੋ ਜਿਹੀ ਪ੍ਰੋਬਲਮ ਆ ਰਹੀ ਹੈ ਜਿਹੜੀ ਸਾਰੀ ਦੁਨੀਆ ਨੂੰ ਆਪਣੇ ਵਿੱਚ ਇਨਵੋਲਵ ਕਰ ਲੇਗੀ ਔਰ ਸਾਰੀ ਦੁਨੀਆ ਪਰੇਸ਼ਾਨ ਹੋ ਗਈ। ਕਿੰਨੀ ਦੁਨੀਆ ਮਰ ਗਈ, ਜਿਹੜੇ ਲੋਕ ਜਿਨ੍ਹਾਂ ਦੇ ਆਪਣੇ ਖਾਸ ਫੈਮਿਲੀ ਮੈਂਬਰ ਫਰੈਂਡਸ ਇਸ ਕੋਵਿਡ-19 ਦੀ ਮਾਰ ਵਿੱਚ ਆ ਗਏ, ਉਹ ਬੜੇ ਪਰੇਸ਼ਾਨ ਹੈਗੇ। ਪਰ ਜਿਹੜੇ ਮਾਰ ਵਿੱਚ ਸਿੱਧੇ ਨਹੀਂ ਆਏ, ਟੇਢੇ ਤਰੀਕੇ ਨਾਲ ਸਾਰੇ ਮੇਨਲੀ ਬਿਜ਼ਨਸਿਸ ਦੀ ਗੱਲ, ਖਾਸ ਕਰਕੇ ਛੋਟੇ ਸਮਾਲ ਬਿਜ਼ਨਸਿਸ ਜਿਹੜੇ ਆ ਉਹ ਬੜੇ ਬੈਡਲੀ ਇਫੈਕਟ ਹੋਏ। ਕੀ ਕਹਿਣਾ ਚਾਹੋਗੇ, ਕਿਵੇਂ ਤੁਹਾਨੂੰ ਲੱਗਦਾ? ਤੁਸੀਂ ਖੁਦ ਬਿਜ਼ਨਸ ਹਾਂਜੀ, ਮੇਰੇ ਵੀ 2 ਬਿਜ਼ਨਸ ਹੈਗੇ ਆ, ਦੋਨੋਂ ਸਮਾਲ ਬਿਜ਼ਨਸਿਸ ਹੈਗੇ। ਡੈਫੀਨਿਟਲੀ ਜਦ ਇੱਦਾਂ ਨਾ ਕਿ ਕੋਈ ਵੀ ਜਦ ਪ੍ਰੋਬਲਮ ਆਉਂਦੀ ਆ ਤੇ ਸਪੈਸ਼ਲੀ ਜਦੋਂ ਅਸੀਂ ਉਸ ਚੀਜ਼ ਵਾਸਤੇ ਰੈਡੀ ਨਹੀਂ ਹੁੰਦੇ, ਬਿਕਾਜ਼ ਇਸ ਟਾਈਮ ਲਾਸਟ ਈਅਰ ਤੇ ਇਹ ਗੱਲ ਸ਼ੁਰੂ ਹੋਈ ਸੀਗੀ ਤੇ ਇਹ ਸੀਗਾ ਕਿ 21 days of lockdown ਤੇ ਅਸੀਂ ਵੀ ਗੋਣਾ ਬੀ ਫਾਈਨ ਆਫਟਰ ਦੈਟ, ਕਿਉਂਕਿ ਅਸੀਂ ਉਹਨੂੰ ਕਰਵ ਨੂੰ ਵੀ ਗੋਣਾ flatten the curve at that time, ਹੈ ਨਾ। ਇਹਨਾਂ ਨੇ ਇਹ ਕਿਹਾ ਸੀਗਾ, ਪਰ ਉਹ ਤੇ ਹੋਇਆ ਨਹੀਂ, ਹੈ ਨਾ। ਪ੍ਰੋਬਲਮ ਵੱਧਦੀ ਚਲੀ ਗਈ ਤੇ ਮੈਨੂੰ ਇਦਾਂ ਲੱਗਦਾ ਕਿ ਜੇ ਅਸੀਂ ਕਿਸੇ ਵੀ ਪ੍ਰੋਬਲਮ ਚ ਹੁੰਦੇ ਆ, ਜਦੋਂ ਉਸ ਟਾਈਮ ਹੁੰਦੇ ਆ ਰਾਈਟ ਹੋਏ ਤੇ ਅਸੀਂ ਸੋਚਦੇ ਕਿ ਕੀ ਹੋ ਗਿਆ, ਸਾਨੂੰ ਸਮਝ ਨਹੀਂ ਆਉਂਦੀ। 5 ਮਿੰਟ ਤੇ ਜਿੱਦਾਂ ਬੰਦਾ ਡੁੱਬਦਾ ਤੇ ਹੱਥ ਪੈਰ ਮਾਰਨਾ ਸ਼ੁਰੂ ਕਰਦਾ, ਫਿਰ ਹੌਲੀ ਹੌਲੀ ਸਮਝ ਆਉਂਦਾ ਕਿ ਇਦਾਂ ਮੈਂ ਤੈਰਨਾ ਹੈ। ਸੋ ਆਈ ਥਿੰਕ ਕੋਵਿਡ-19 ਦੇ ਕਰਕੇ ਠੀਕ ਹੈ, ਉਹਦੇ ਜਿਹੜੇ ਬਿਜ਼ਨਸਿਸ ਤੇ ਡੈਫੀਨਿਟਲੀ ਇਫੈਕਟ ਹੋਇਆ ਆ, ਹਰ ਚੀਜ਼ ਤੇ ਇਫੈਕਟ ਹੋਇਆ ਆ, ਪਰ ਉਹਦੇ ਵਿੱਚੋਂ ਕਈ ਚੰਗੀ ਚੀਜ਼ਾਂ ਵੀ ਨਿਕਲੀਆਂ ਨੇ, ਹਨਾ। ਤੇ ਪਹਿਲਾਂ ਦੋਨੋਂ ਗੱਲਾਂ ਆਪਾਂ ਕਰਾਂਗੇ, ਜਿਹੜੇ ਬੁਰੇ ਪ੍ਰਭਾਵ ਪਏ ਉਹ ਵੀ, ਜੇ ਕੁਝ ਚੰਗਾ ਹੋਇਆ ਤਾਂ ਚਲੋ ਪਤਾ ਨਹੀਂ ਚੰਗਾ ਹੋਇਆ ਕਿ ਨਹੀਂ ਹੋਇਆ, ਉਹ ਵੀ ਡਿਸਕਸ ਕਰ ਲਾਂਗੇ। ਬਿਲਕੁਲ। ਬੁਰਾ ਕੀ ਹੋਇਆ? ਬੁਰਾ ਜੀ ਦੇਖੋ, ਹੁਣ ਫੋਰ ਐਗਜ਼ਾਮਪਲ ਮੇਰਾ ਇੱਕ ਬੀਇੰਗ ਬਿਜ਼ਨਸ, ਹਾਂਜੀ, ਹੁਣ ਫੋਰ ਐਗਜ਼ਾਮਪਲ ਤੁਸੀਂ ਮੈਨੂੰ ਹੀ ਦੇਖ ਲਓ ਕਿ ਮੇਰੀ ਇਵੈਂਟਸ ਕੰਪਨੀ ਹੈਗੀ ਆ ਤੇ ਸਾਡੇ ਸਾਰੇ ਇਵੈਂਟਸ ਕੈਂਸਲ ਹੋ ਗਏ। ਮੈਨੂੰ ਅੱਜ ਵੀ ਯਾਦ ਹੈ ਕਿ 13 ਮਾਰਚ ਨੂੰ ਜਦ ਲੋਕਡਾਊਨ ਅਨਾਉਂਸ ਹੋਇਆ ਸੀਗਾ, ਸੇਮ ਡੇ ਤੇ ਮੇਰੇ ਪੂਰੇ ਸਮਰ ਦੇ ਜਿੰਨੇ ਵੀ ਇਵੈਂਟਸ ਮੇਰੇ ਬੁੱਕਡ ਸੀਗੇ ਸਾਰੇ ਕੈਂਸਲ, ਐਵਰੀਥਿੰਗ ਗਾਟ ਕੈਂਸਲਡ। ਤੇ ਮੈਨੂੰ ਤੇ ਇਦਾਂ ਝਟਕਾ ਲੱਗਿਆ ਸੀਗਾ, ਮੈਂ ਕਿਹਾ ਕਿ ਇਹ ਕੀ ਹੋ ਗਿਆ ਇੱਕਦਮ, ਬਿਕਾਜ਼ ਯੂ ਆਰ ਨਾਟ ਰੈਡੀ ਫॉर दैट। ਇਹਦੇ ਇੱਕ ਹੋਏ ਨਾ ਕਿ ਜਦੋਂ ਕਹਿੰਦੇ ਨੇ ਤੇ ਕੋਈ ਚੀਜ਼ ਟੁੱਟਦੀ ਹੈ ਤੇ ਥੋੜੀ ਟੁੱਟੇ ਤੇ ਚਲੋ ਬੰਦਾ ਥੋੜਾ ਜਿਹਾ ਆਪਣੇ ਆਪ ਨੂੰ ਪ੍ਰਿਪੇਅਰ ਕਰ ਲੈਂਦਾ, ਰਾਈਟ। ਸਿੱਧੀ ਗੱਲ ਭੁਚਾਲ ਆ ਗਿਆ, ਬਿਲਕੁਲ ਇੱਕਦਮ ਨਹੀਂ, ਹੈ ਸੇ ਇੱਕਦਮ ਰੈਡੀ ਨਹੀਂ ਸੀਗੇ। ਸੋ ਥੋੜੇ ਟਾਈਮ ਤੇ ਮੈਨੂੰ ਇਹ ਨਹੀਂ ਸਮਝ ਆਇਆ ਕਿ ਜਿਹੜੀ ਇਹ ਹੁਣ ਸਭ ਕੁਝ ਕੈਂਸਲ ਹੋ ਗਿਆ ਆ ਤੇ ਇਹਨੂੰ ਆਪਣੇ ਬਿਜ਼ਨਸ ਨੂੰ ਕਿਸ ਤਰੀਕੇ ਨਾਲ ਇਨੋਵੇਟ ਕੀਤਾ ਜਾਏ, ਕੀ ਨਿਆ ਐਡ ਕੀਤਾ ਜਾਏ ਇਹਨੂੰ ਦੁਬਾਰਾ ਚਲਾਉਣ ਵਾਸਤੇ। ਐਡ ਕਰਨ ਵਾਲੀ ਗੱਲ ਤਾਂ ਕਿੱਥੇ, ਮੈਨੂੰ ਤਾਂ ਲੱਗਦਾ ਸੀ ਪਹਿਲਾਂ ਸੰਭਾਲਣ ਵਾਲੀ ਗੱਲ ਮੁਸ਼ਕਲ ਹੋਈ ਪਈ ਸੀ। ਐਗਜ਼ੈਕਟਲੀ, ਕਿਉਂਕਿ ਸਾਨੂੰ ਉਹੀ ਸਮਝ ਹੀ ਨਹੀਂ ਆ ਰਿਹਾ ਕਿ ਇਹਨੂੰ ਕਿੱਦਾਂ ਚਲਾਇਆ ਜਾਏ। ਇਹ ਬਿਲਕੁਲ ਬੰਦ ਹੋ ਗਿਆ, ਹੁਣ ਉਹਦੇ ਚਲਤੇ ਕਈ ਬਿਜ਼ਨਸ ਬੰਦ ਵੀ ਹੋਏ ਨੇ, ਬਿਲਕੁਲ ਹੀ ਬੰਦ, ਕਿਉਂਕਿ ਉਹੀ ਹੈਗਾ ਨਾ ਕਿ ਇਨੋਵੇਸ਼ਨ ਨਹੀਂ ਹੋਈ ਤੇ ਉਹ ਬੰਦ ਹੋ ਗਏ, ਹੈ। ਤੇ ਮੈਨੂੰ ਉਹੀ ਲੱਗਦਾ ਕਿ ਜਦ ਇਹ ਹੋਇਆ ਸੀਗਾ ਲਾਸਟ ਈਅਰ, ਪਰਸਨਲੀ ਮੈਂ ਵੀ ਕਾਫੀ ਡਿਪਰੈਸ ਹੋ ਗਈ ਸੀਗੀ। ਮੈਂ ਕਿ ਇਹ ਕੀ ਹੋ ਗਿਆ ਇੱਕਦਮ ਸਾਰਾ ਕੁਝ, ਹੁਣ ਫੋਰ ਐਗਜ਼ਾਮਪਲ ਜਿੱਦਾਂ ਤੁਸੀਂ ਇੱਕ ਬ੍ਰਾਈਡ ਐਂਡ ਗਰੂਮ ਦੇ ਨਾਲ ਕਿੰਨੇ ਟਾਈਮ ਦੇ ਲੱਗੇ ਹੋ, ਸਾਰੀ ਪਲੈਨਿੰਗ ਕਰਨੀ, ਇਸ ਦਿਨ ਇਹ ਹੋਣਾ ਹੈ ਤੇ ਇੱਕ ਬ੍ਰਾਈਡ ਨਹੀਂ ਹੈਗੀ, ਕਈਆਂ ਨੇ, ਹੈ ਨਾ, ਇੱਕ ਬਰਥਡੇ ਪਾਰਟੀ ਨਹੀਂ ਹੈਗੀ, ਕਈ ਪੂਰੀ ਫੈਮਿਲੀ ਐਕਚੁਅਲੀ ਇਨਵੋਲਵ ਹੁੰਦੀ ਹੈ ਇਹੋ ਜਿਹੇ। ਐਗਜ਼ੈਕਟਲੀ, ਐਂਡ ਪਰ ਕੀ ਕਹਿੰਦੇ ਨੇ, ਉਹ ਸਾਰਾ ਕੁਝ ਜਦ ਕੈਂਸਲ ਹੋ ਗਿਆ ਫਿਰ ਤੁਸੀਂ ਸਮਝ ਨਹੀਂ ਆਉਂਦਾ ਕਿ ਇਹ ਜਿਹੜਾ ਕੁਝ ਚੱਲ ਰਿਹਾ ਸੀਗਾ ਫਿਨਿਸ਼ ਹੋ ਗਿਆ ਇੱਕਦਮ। ਸੋ ਵਾਟ ਟੂ ਡੂ ਅਬਾਊਟ ਦੈਟ, ਹੈ ਨਾ। ਤੇ ਡੈਫੀਨਿਟਲੀ ਇੱਕ ਮਾੜਾ ਕੰਮ ਤੇ ਹੋਇਆ ਹੀ ਆ, ਤੇ ਸਿਰਫ ਮੇਰੇ ਬਿਜ਼ਨਸ ਦੇ ਨਾਲ ਨਹੀਂ, ਸਾਰਿਆਂ ਦਾ ਹੀ ਹੋਇਆ ਆ। ਚਲੋ ਬਿਜ਼ਨਸ ਨੂੰ ਇੰਜ ਹੀ ਸਿਰਫ ਸੋਚਣਾ, ਮੇਰਾ ਖਿਆਲ ਕਿ ਇਵੈਂਟ ਕੈਂਸਲ ਹੋ ਗਿਆ, ਤੁਹਾਡੀ ਬਜਟਿੰਗ ਵੀ ਤਾਂ ਸਾਰੀ ਹਿੱਲ ਗਈ, ਬਿਲਕੁਲ ਹਿੱਲ ਗਈ। ਤੁਸੀਂ ਜੋ ਪਲਾਨ ਕੀਤਾ ਸੀਗਾ, ਤੁਸੀਂ ਉਹਦੇ ਵਾਸਤੇ ਫੰਡ ਰਿਜ਼ਰਵ ਕੀਤੇ ਹੋਏ ਸੀਗੇ, ਆਰਡਰ ਕੀਤੇ ਹੋਏ ਸੀ, ਆਰਡਰ ਪਲੇਸ ਕੀਤੇ ਹੋਏ ਸੀਗੇ, ਚਲੋ ਇਹ ਤੁਹਾਡੇ ਨਾਲ ਹੋਈ ਗੱਲ, ਤੁਹਾਡੇ ਪਰਟੀਕੂਲਰ ਬਿਜ਼ਨਸ ਤੁਸੀਂ ਆਪ ਹੰਡਾਇਆ, ਤੁਹਾਡੇ ਨਾਲ ਬੀਤਿਆ,
ਹੋਰਾਂ ਲੋਕਾਂ ਨਾਲ ਜਿਨ੍ਹਾਂ ਨਾਲ ਆਪਾਂ ਕਦੀ ਗੱਲ ਨਹੀਂ ਕੀਤੀ, ਹਾਂਜੀ, ਜਾਂ ਜਿਹੜੇ ਆਪਦੀ ਗੱਲ ਕਰਦੇ ਨਹੀਂ, ਉਹਨਾਂ ਨਾਲ ਵੀ ਤਾਂ ਸੇਮ ਹੀ ਹੋਇਆ ਜਾਂ ਇਸ ਤੋਂ ਵੀ ਬੁਰਾ ਹੋਇਆ ਹੋ ਸਕਦਾ। ਬਿਲਕੁਲ ਬਿਲਕੁਲ। ਹੁਣ ਤੁਸੀਂ ਦੇਖੋ ਜੀ ਕਿ ਹੁਣ ਮੈਂ ਇੱਕ ਕੁੜੀ ਨੂੰ ਜਾਣਦੀ ਹਾਂ, ਉਹ ਪਹਿਲਾਂ ਟੀਚਰ ਪੜ੍ਹਾਉਂਦੀ ਸੀਗੀ ਕਿਸੇ ਸਕੂਲ 'ਚ, ਫਿਰ ਉਹਦੇ ਹਸਬੈਂਡ ਨੇ ਕਿਹਾ ਕਿ ਮੇਰਾ ਤੇ ਕੰਸਟਰਕਸ਼ਨ ਦਾ ਕੰਮ ਹੈਗਾ ਤੇ ਤੂੰ ਆਪਣਾ ਕੰਮ ਛੱਡ ਦੇ, ਤੂੰ ਵੀ ਮੇਰੇ ਨਾਲ ਲੱਗ ਜਾ। ਤੇ ਉਹ ਵੀ ਆਪਣਾ ਟੀਚਰ ਦਾ ਕੰਮ ਛੱਡ ਕੇ ਕੰਸਟਰਕਸ਼ਨ ਵਿੱਚ ਚੱਲ ਗਈ। ਪਰ ਉਹ ਜਿੱਦਾਂ ਪ੍ਰਾਈਵੇਟ ਕਰਦੇ ਆ ਕਿ ਉਹਨਾਂ ਨੂੰ ਕਿਸੇ ਨੇ ਹਾਇਰ ਕੀਤਾ ਜੀ, ਸਿਰਫ ਕਿਚਨ ਬਣਾਉਂਦੇ ਆ। ਅੱਛਾ, ਕਿਚਨ ਦਾ ਕੰਮ। ਹਾਂਜੀ, ਤੇ ਉਹ ਸਿਰਫ ਕਿਚਨ ਬਣਾਉਂਦੇ ਆ, ਦੋਨੋਂ ਹਸਬੈਂਡ ਵਾਈਫ। ਤੇ ਉਹ ਕੀ ਕਰਨ, ਉਹ ਵੀ ਬੰਦ ਹੋ ਗਿਆ ਉਹਨਾਂ ਦਾ ਉਸ ਟਾਈਮ, ਇੱਕਦਮ ਐਵਰੀਥਿੰਗ ਕਲੋਜ਼ਡ, ਹੈ ਨਾ। ਪਰ ਉਹੀ ਹੈਗਾ ਕਿ ਪਰ ਫਿਰ ਉਹ ਜ਼ਿਆਦਾ ਹੀ ਡਾਊਨ ਆ ਗਏ ਤੇ ਉਹਨਾਂ ਨੂੰ ਸਾਰਾ ਕੁਝ ਬੰਦ ਹੀ ਕਰਨਾ ਪਿਆ ਤੇ ਉਹਨਾਂ ਨੇ ਆਪਣਾ ਕੰਮ ਬਿਲਕੁਲ ਬੰਦ ਕਰਤਾ। ਜੇ ਆਪਾਂ ਕੈਨੇਡਾ ਦੀ ਗੱਲ ਕਰੀਏ ਤੇ ਇੱਕ ਆਮ ਫੈਮਿਲੀ ਜਿਹਦਾ ਕਾਰੋਬਾਰ ਬੰਦ ਹੋ ਗਿਆ, ਬਿਨਾਂ ਸ਼ੱਕ ਗਵਰਨਮੈਂਟ ਨੇ ਕਿਸੇ ਲੈਵਲ ਤੇ ਸਪੋਰਟ ਜ਼ਰੂਰ ਕੀਤੀ ਹੈਗੀ ਆ, ਪਰ ਫਿਰ ਵੀ ਤੁਹਾਡੇ ਘਰਾਂ ਦੀਆਂ ਮੌਰਗੇਜ, ਬੱਚਿਆਂ ਦੀ ਟੇਕ ਕੇਅਰ, ਵੱਡਿਆਂ ਦੀ ਬਜ਼ੁਰਗਾਂ ਦੀ ਟੇਕ ਕੇਅਰ, ਉਹਨਾਂ ਦੀ ਮੈਡੀਸਨ, ਤੁਹਾਡੇ ਕਾਰਾਂ ਦੀਆਂ ਕਿਸ਼ਤਾਂ, ਹਾਂਜੀ, ਹਰ ਚੀਜ਼ ਦੀ ਤੁਹਾਨੂੰ ਘਰ ਵਿੱਚ ਲੋੜ ਹੈ। ਨੋ ਡਾਊਟ ਗਵਰਨਮੈਂਟ ਨੇ ਬਹੁਤ ਵਧੀਆ ਜਿਹੜੀਆਂ ਸਕੀਮਾਂ ਲਾਂਚ ਕੀਤੀਆਂ ਜਿਹਦਾ ਲੋਕਾਂ ਨੇ ਬੜਾ ਫਾਇਦਾ ਲਿਆ, ਪਰ ਇਹ ਤਾਂ ਇਕੱਲੇ ਕੈਨੇਡਾ ਦੀ ਗੱਲ ਹੈ, ਸਿਰਫ ਕੈਨੇਡਾ ਦੀ ਗੱਲ ਇਹ ਤਾਂ ਕੋਵਿਡ 19 ਪਰ ਅਸੀਂ ਬਹੁਤ ਲੱਕੀ ਆ ਕਿ ਚਲੋ ਗਵਰਨਮੈਂਟ ਨੇ ਜਿੰਨਾ ਵੀ ਸਾਨੂੰ ਕਰ ਸਕੇ ਉਹਨਾਂ ਨੇ ਸਾਥ ਦਿੱਤਾ ਸਾਡਾ। ਪਰ ਪੂਰੇ ਵਰਲਡ ਵਿੱਚ ਦੇਖੋ ਕਿੰਨਾ ਬੁਰਾ ਹਾਲ ਹੋਇਆ। ਜੇ ਹੁਣ ਅਸੀਂ ਬੈਕ ਹੋਮ ਦੀ ਗੱਲ ਕਰੀਏ, ਬੈਕ ਹੋਮ ਵਿੱਚ ਤਾਂ ਉੱਥੋਂ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ ਸੀਗਾ ਜੀ ਵਿਦਨ 15 ਡੇਜ਼, ਸ਼ਾਇਦ ਉਹ ਮਹਾਭਾਰਤ ਦੀ ਗੱਲ ਕਰਦੇ ਸੀ ਕਿ ਮਹਾਭਾਰਤ ਦੀ ਜੰਗ ਜਿਹੜੀ ਸੀ ਉਹ ਇੰਨੇ ਦਿਨਾਂ 'ਚ ਅਸੀਂ ਜਿੱਤ ਲਈ ਸੀ। ਪਤਾ ਨਹੀਂ ਕਿਹਨੇ ਜਿੱਤ ਲਈ, ਉਹ ਤਾਂ ਉਹਨਾਂ ਦੀ ਆਪਸ ਚਾਚੇ ਤਾਇਆਂ ਤੇ ਪੁੱਤਾਂ ਭਰਾਵਾਂ ਦੀ ਲੜਾਈ ਸੀਗੀ। ਉਹ ਕਿਹੜਾ ਕਿਸੇ ਇੱਕ ਕੰਟਰੀ ਨਾਲ ਦੂਜੇ ਕੰਟਰੀ ਦੀ ਲੜਾਈ ਸੀ, ਉਹ ਤਾਂ ਭਰਾਵਾਂ ਦੀ ਇੱਕ ਫੈਮਿਲੀ ਦੀ ਲੜਾਈ ਸੀ ਤੇ ਉਹ ਜਿੱਤ ਲਈ ਕਹਿੰਦੇ, ਪਤਾ ਨਹੀਂ ਕਿਹਦੇ ਵਾਸਤੇ ਜਿੱਤ ਲਈ। ਚਲੋ ਉਹ ਟਾਈਮ ਲੰਘ ਗਿਆ, ਉਸ ਤੋਂ ਬਾਅਦ ਗਵਰਨਮੈਂਟ ਨੇ ਤਾਂ ਕੋਈ ਸਪੋਰਟ ਨਹੀਂ ਲੋਕਾਂ ਦੀ ਕੀਤੀ। ਉਹਨਾਂ ਲੋਕਾਂ ਦਾ ਕੀ ਹਾਲ ਹੋਇਆ ਹੋਊਗਾ? ਕਦੀ ਕਿਸੇ ਬੈਕ ਹੋਮ ਤੇ ਕਿਸੇ ਫੈਮਿਲੀ ਨਾਲ ਗੱਲ ਹੋਈ? ਬਿਲਕੁਲ। ਹੁਣ ਜਿੱਦਾਂ ਮੇਰੀ ਫੈਮਿਲੀ ਜਿਹੜੀ ਉਹ ਦਿੱਲੀ ਵਿੱਚ ਰਹਿੰਦੇ ਆ ਤੇ ਉਹਨਾਂ ਨੇ ਸਾਨੂੰ, ਹੁਣ ਮੇਰੇ ਡੈਡ ਦਾ ਵੀ ਬਿਜ਼ਨਸ ਹੈਗਾ, ਉਹਨਾਂ ਦਾ ਕੰਸਟਰਕਸ਼ਨ ਦਾ ਕੰਮ ਆ, ਤੇ ਜਿੰਨੀ ਵੀ ਲੇਬਰ ਸਾਰੀ ਆਪਣੇ ਵਾਪਸ ਚੱਲ ਗਈ ਹੈ, ਜਿਹੜੇ ਆਪਣੇ ਗਾਂਵ ਵਿੱਚ ਵਾਪਸ ਚੱਲ ਗਈ ਆ। ਇਦਾਂ ਹੀ ਜਿਹੜੇ ਮੇਰੀ ਸਿਸਟਰ ਇਨ ਲਾ ਹੈਗੇ ਆ, ਉਹਨਾਂ ਦਾ ਵੀ ਸੂਟਾਂ ਦਾ ਕੰਮ ਆ, ਉਹਨਾਂ ਦੀ ਆਪਣੀ ਫੈਕਟਰੀ ਆ ਉਸ ਚੀਜ਼ ਦੀ, ਤੇ ਉਹਨਾਂ ਦੇ ਵੀ ਜਿੰਨੇ ਕਾਰੀਗਰ ਨੇ ਉਹ ਵੀ ਸਾਰੇ ਵਾਪਸ ਚੱਲ ਗਏ ਆ। ਤੇ ਹੁਣ ਉਸ ਕੰਮ ਨੂੰ ਦੁਬਾਰਾ ਤੋਂ ਚਲਾਉਣਾ, ਕਹਿੰਦੇ ਜਦ ਸਾਡੇ ਕੋਲ ਕਾਰੀਗਰ ਹੀ ਨਹੀਂ ਹੈਗੇ ਉਹ ਫਿਰ ਕੀ ਕਰਨ, ਕਿਉਂਕਿ ਉਹ ਬੰਦੇ ਕਹਿੰਦੇ ਆ ਕਿ ਹੁਣ ਅਸੀਂ ਵਾਪਸ ਇੱਥੇ ਕੀ ਕਰੀਏ, ਕੱਲ ਨੂੰ ਜੇ ਦੁਬਾਰਾ ਲੋਕਡਾਊਨ ਹੋ ਗਿਆ ਸਾਨੂੰ ਫਿਰ ਕਹਿਣਗੇ ਇੱਥੋਂ ਜਾਓ। ਬਿਕਾਜ਼ ਇੱਦਾਂ ਨਾ ਕਿ ਇੱਥੇ ਤੇ ਗਵਰਨਮੈਂਟ ਨੇ ਜਿਹੜੇ ਲੈਂਡਲੋਰਡ ਸੀਗੇ ਉਹਨਾਂ ਨੂੰ ਕਿਹਾ ਕਿ ਤੁਸੀਂ ਥੋੜਾ ਟਾਈਮ ਵਾਸਤੇ ਤੇ ਕਿਰਾਇਆ ਮਾਫ ਕਰ ਦਿਓ ਜਾਂ ਥੋੜਾ ਜਿਹਾ ਕਿਰਾਇਆ ਘਟਾ ਦਿਓ ਕੁਝ ਕਰ ਲਓ ਜਾਂ ਫਿਰ ਤੁਸੀਂ ਡੈਫਰ ਕਰ ਲਓ ਪੇਮੈਂਟਸ, ਕੁਝ ਕਰ ਲਓ। ਉੱਥੇ ਦੇ ਕਿਰਾਏਦਾਰਾਂ ਨੇ ਤੇ ਇਹ ਨਹੀਂ ਕੰਮ ਕਰਨਾ, ਜਿੱਥੇ ਪੈਸੇ ਤੋਂ ਦੇਣੇ ਆ ਉਹ ਤੇ ਦੇਣੇ ਆ, ਹੈਨਾ। ਤੇ ਉਹ ਵੀ ਕੀ ਕਰਨ ਵਿਚਾਰੇ, ਉਹ ਵੀ ਵਾਪਸ ਚੱਲ ਗਏ ਆਪਣੇ ਗਾਂਵ ਵਗੈਰਾ। ਤੁਸੀਂ ਆਪਣੀ ਗੱਲ ਸ਼ੁਰੂ ਵਿੱਚ ਇਹ ਗੱਲ ਕਹੀ ਕਿ ਜੇ ਕੁਝ ਅਸੀਂ ਨਵਾਂ ਐਡ ਆਨ ਨਹੀਂ ਕੀਤਾ, ਇਹ ਪ੍ਰੋਬਲਮ ਜਿਹੜੀ ਆਈ ਸੀਗੀ, ਜੇ ਅਸੀਂ ਉਹਨੂੰ ਇਸ ਢੰਗ ਨਾਲ ਨਹੀਂ ਵਿਚਾਰਿਆ ਕਿ ਹਾਂ ਇਹ ਸਮੱਸਿਆ ਜਿਹੜੀ ਆ ਉਹ ਲੌਂਗ ਟਾਈਮ ਲਈ ਹੋ ਸਕਦੀ ਹੈ ਤੇ ਸਾਨੂੰ ਕੁਝ ਇਨੋਵੇਟਿਵ ਇਦਾਂ ਦੀ ਐਫਰਟਸ ਕਰਨੀ ਚਾਹੀਦੀਆਂ ਜਿਹਦੇ ਨਾਲ ਲਾਈਨ ਤੇ ਰਵੇ ਸਾਡੀ ਲਾਈਫ। ਐਗਜ਼ੈਕਟਲੀ। ਕੀ ਹੋਇਆ ਹੋਊਗਾ? ਤੁਸੀਂ ਕੀ ਕੀਤਾ ਪਰਸਨਲੀ? ਦੇਖੀਏ ਮੇਰਾ ਇਦਾਂ ਸੀਗਾ ਕਿ ਜਦੋਂ ਮੈਂ, ਸਾਡੇ ਵਿਆਹਾਂ ਦਾ ਵੀ ਕੰਮ ਆ ਤੇ ਬਰਥਡੇਜ਼ ਵਿੱਚ ਅਸੀਂ ਬਲੂਨਸ ਦਾ ਕੰਮ ਕਰਦੇ ਆ, ਰਾਈਟ। ਤੇ ਮੈਨੂੰ ਸੀਗਾ ਕਿ ਮੈਂ ਹੁਣ ਵਿਆਹਾਂ ਵਿੱਚ ਬਹੁਤ ਜ਼ਿਆਦਾ ਬਿਜ਼ੀ ਆ, ਮੇਰੇ ਤੋਂ ਬਲੂਨਸ ਦਾ ਕੰਮ ਨਾ ਇੰਨਾ ਹੋਣਾ ਨਹੀਂ, ਤੇ ਮੈਂ ਪਰਸਨਲੀ ਜਿੱਦਾਂ ਬਲੂਨਸ ਨੂੰ ਹੌਲੀ ਆਪਣੇ ਬਿਜ਼ਨਸ ਤੋਂ ਘਟਾਉਣਾ ਸ਼ੁਰੂ ਕਰਤਾ ਸੀਗਾ। ਪਰ ਜਦ ਕੋਵਿਡ ਹੋਇਆ ਤੇ ਦੋਨੋਂ ਕੰਮ ਹੀ ਬੰਦ ਹੋ ਗਏ, ਬਲੂਨਸ ਵੀ ਬੰਦ ਹੋ ਗਏ, ਇਹ ਵੀ ਬੰਦ ਹੋਇਆ। ਮੈਂ ਕਿਹਾ ਕੁਝ ਤੇ ਕਰਨਾ ਪੈਣਾ ਆ। ਤੇ ਇਦਾਂ ਹੀ ਕੀ ਹੋਇਆ ਕਿ ਇਦਾਂ ਹੁੰਦਾ ਨਾ ਕਿ ਜਦੋਂ ਮੈਂ ਕਿਹਾ ਕਿ ਬੰਦਾ ਸੋਚਦਾ ਰਹਿੰਦਾ ਕੀ ਕਰੀਏ। ਸੋ ਮੇਰੀ ਆਦਤ ਹੈਗੀ ਹੈ ਕਿ ਚਲੋ ਜੇ ਮੇਰਾ ਕੋਈ ਇੱਕ ਰਸਤਾ ਬੰਦ ਹੁੰਦਾ ਨਾ, ਮੈਂ ਦੂਜੀ ਸਾਈਡ ਤੇ ਮੈਂ ਟਰਾਈ ਕਰਦੀ ਹਾਂ ਮੇਰੀ ਕੋਈ ਐਜੂਕੇਸ਼ਨ ਜੀ ਚੱਲਦੀ ਰਹੇ। ਤੇ ਇਦਾਂ ਹੀ ਨਾ ਮੈਂ ਆਪਣੇ ਮਾਰਕੀਟਿੰਗ ਦੀ ਫਰਮ ਮੈਂ ਦੇਖਦੀ ਰਹੀ ਇਹ ਕੀ ਕਰ ਰਹੇ ਨੇ, ਦੂਜੀ ਕੰਟਰੀਜ਼ ਵਿੱਚ ਕੀ ਹੋ ਰਿਹਾ, ਤੇ ਦੇਖਿਆ ਕਿ ਬਲੂਨਸ ਵਿੱਚ ਇੱਕ ਨਇਆ ਆਈਟਮ ਨਿਕਲਿਆ। ਅੱਛਾ। ਤੇ ਮੈਂ ਮੇਰੇ ਸਾਰੇ ਫਰੈਂਡਸ ਦਾ ਕਿਸੇ ਦਾ ਬਰਥਡੇ ਸੀਗਾ, ਮੈਂ ਉਹਨਾਂ ਦੇ ਬੱਚਿਆਂ ਨੂੰ, ਉਹ ਇਦਾਂ ਦਾ ਆਈਟਮ ਹੁੰਦਾ ਕਿ ਤੁਸੀਂ ਬਣਾ ਕੇ ਕਿਸੇ ਦੇ ਘਰ ਉਹਨੂੰ ਲੈ ਕੇ ਜਾ ਸਕਦੇ ਹੋ, ਉਹਨੂੰ ਬਲੂਨ ਬੁਕੇ ਕਹਿੰਦੇ ਆ। ਮੈਂ ਉਹ ਆਈਟਮ ਆਪਣੇ ਉਹਦੇ ਵਿੱਚ ਐਡ ਕਰ ਲਿਆ ਤੇ ਉਹਦੇ ਬਣਾ ਕੇ ਮੈਂ ਪਾਣੇ ਸ਼ੁਰੂ ਕੀਤੇ। ਲੋਕਾਂ ਨੇ ਦੇਖਿਆ, ਹੁਣ ਉਹ ਬਹੁਤ ਪਪੂਲਰ ਹੋ ਗਏ ਨੇ। ਸੋ ਐਵਰੀਬਾਡੀ ਇਜ਼ ਡੂਇੰਗ ਇਟ ਇਨ ਵਿਨੀਪੈਗ। ਹੁਣ ਮੇਰੇ ਵੀ ਹੁਣ ਮੈਂ ਉਹਦੇ ਨਾਲ ਕਾਫੀ ਬਿਜ਼ੀ ਰਹਿੰਦੀ ਹਾਂ
ਤੇ ਲਾਸਟ ਈਅਰ ਵੀ ਮੈਂ ਉਹ ਕਾਫੀ ਕੀਤੇ, ਇਸ ਸਾਲ ਵੀ ਮੈਂ ਮਤਲਬ ਜੇ ਫੈਮਿਲੀ ਵਿੱਚ ਕਿਸੇ ਬੱਚੇ ਦਾ ਬਰਥਡੇ ਆ, ਉਹ ਕਿਸੇ ਹੋਰ ਨੂੰ ਇਨਵਾਈਟ ਨਹੀਂ ਕਰਦੇ, ਘੱਟੋ ਘੱਟ ਫੈਮਿਲੀ ਤਾਂ ਉਹਨਾਂ ਦੀ ਹੈ ਹੀ ਆ। ਹਾਂਜੀ ਹਾਂਜੀ, ਤੇ ਘਰ ਦੇ 5-4 ਜੀ ਤੇ ਹੈਗੇ ਹੀ ਆ। ਬਿਲਕੁਲ ਬਿਲਕੁਲ, ਉਹ ਆਪਣੇ ਕਿਸੇ ਬੱਚੇ ਦਾ ਬਰਥਡੇ ਇਸ ਤਰੀਕੇ ਨਾਲ ਸੈਲੀਬ੍ਰੇਟ ਕਰ ਸਕਦੇ। ਬਿਲਕੁਲ ਜੀ। ਤੇ ਅਸੀਂ ਮੈਂ ਕੀ ਕਿਹਾ, ਹੁਣ ਫਿਰ ਇਹ ਵੀ ਹੋਇਆ ਕਿ ਲੋਕਾਂ ਦੇ ਫੋਨ ਆਏ ਜੀ ਕਿ ਅਸੀਂ ਹੁਣ ਘਰੇ ਕੁਝ ਕਰਨਾ ਚਾਹੁੰਦੇ ਆ, ਤੁਸੀਂ ਤੇ ਘਰੇ ਆ ਕੇ ਸੈਟਅਪ ਨਹੀਂ ਕਰ ਸਕਦੇ। ਮੈਂ ਕਿਹਾ ਕੋਈ ਪ੍ਰੋਬਲਮ ਨਹੀਂ ਹੈਗੀ ਜੇ ਨਹੀਂ ਸੈਟਅਪ ਕਰ ਸਕਦੇ ਆ, ਸਾਡੇ ਕੋਲ ਸਾਰਾ ਸਮਾਨ ਹੈਗਾ ਆ, ਤੁਸੀਂ ਸਾਡੇ ਕੋਲੋਂ ਰੈਂਟ ਕਰੋ, ਆਰਡਰ ਕਰੋ, ਜਾਂ ਤੁਸੀਂ, ਮੈਂ ਤੁਹਾਨੂੰ ਸਾਰਾ ਕੁਝ ਅਸੀਂ ਫਿਰ ਫੇਸ ਟਾਈਮ ਤੇ ਦਿਖਾਉਂਦੇ ਆ, ਦਿਖਾ ਕੇ ਉਹਨਾਂ ਦੇ ਕੋਲੋਂ ਆਰਡਰ ਕਨਫਰਮ ਕਰਾ ਕੇ, ਆਰਡਰ ਨੂੰ ਵਾਸ਼ ਕਰਕੇ, ਰੈਡੀ ਕਰਕੇ, ਸੈਨੀਟਾਈਜ਼ ਕਰਕੇ ਮੈਂ ਬਾਕਸ ਵਿੱਚ ਪਾ ਕੇ ਆਪਣੇ ਘਰ ਦੇ ਬਾਹਰ ਰੱਖ ਦਿੰਦੀ ਆ, ਟਾਈਮ ਸਿਰ ਰੱਖ ਕੇ ਕੋਈ ਲੈ ਕੇ ਜਾਂਦੇ ਆ। ਤੇ ਇਸ ਕਰਕੇ ਆਈ ਥਿੰਕ ਹਰ ਬਿਜ਼ਨਸ ਨੇ ਆਪਣੇ ਆਪ ਨੂੰ ਇਸ ਤਰੀਕੇ ਨਾਲ ਇਨੋਵੇਟ ਕਰਨ ਦੀ ਕੋਸ਼ਿਸ਼ ਕੀਤੀ ਆ। ਪਰ ਲੋਕਾਂ ਦਾ ਤਾਂ ਆਪਣਾ ਬਜਟ ਹਿੱਲਿਆ ਪਿਆ ਸੀਗਾ, ਤੇ ਫਿਰ ਬਿਲਕੁਲ। ਤੇ ਉਹੀ ਦੇਖੋ, ਫਿਰ ਉਹੀ ਹੋ ਗਿਆ ਨਾ ਕਿ ਹੁਣ ਇੱਕ ਹੋ ਗਿਆ ਜੇ ਬੰਦੇ ਨੇ ਕਿਹਾ ਕਿ ਪ੍ਰਿਯੰਕਾ ਤੂੰ ਆ ਕੇ ਸਾਨੂੰ ਲਗਾ ਕੇ ਦੇ, ਹੈਨਾ, ਉਹ ਮੇਰੇ ਟਾਈਮ ਦਾ ਵੀ ਪੇ ਕਰੂਗਾ, ਮੇਰੀ ਲੇਬਰ ਪੇ ਕਰੂਗਾ, ਸਾਰਾ ਕੁਝ ਪੇ ਕਰੂਗਾ, ਰਾਈਟ। ਹੁਣ ਜਦ ਆਪਣੇ ਆਪ ਕਰਨਗੇ ਤੇ ਉਹਦਾ ਬਜਟ ਤੇ ਆਲਰੇਡੀ ਆਪਣੇ ਆਪ ਹੀ ਖਿੱਚ ਗਿਆ ਥੱਲੇ, ਕੰਟਰੈਕਟ ਹੋ ਗਿਆ, ਕਿਉਂਕਿ ਉਹਨੇ ਸਿਰਫ ਮੇਰੇ ਤੋਂ ਰੈਂਟਲ ਦੇ ਮੈਨੂੰ ਪੈਸੇ ਦਿੱਤੇ, ਤੇ ਮੈਂ ਆਪਣੇ ਵੱਲੋਂ ਇਹ ਸਰਵਿਸ ਪ੍ਰੋਵਾਈਡ ਕਰ ਦਿੰਦੀ ਆ ਕਿ ਆਈ ਨੋ ਕਿ ਤੁਹਾਨੂੰ ਇਹ ਕੁਝ ਕੰਮ ਨਹੀਂ ਆਉਂਦਾ, ਤੁਸੀਂ ਮੈਨੂੰ ਫੇਸ ਟਾਈਮ ਤੇ ਰੱਖੋ, ਮੈਂ ਤੁਹਾਨੂੰ ਸਾਰਾ ਐਕਸਪਲੇਨ ਕਰ ਦਾਂਗੀ, ਤੁਸੀਂ ਆਪਣੇ ਆਪ ਇਹਨੂੰ ਲਗਾ ਲਿਓ ਕਿਵੇਂ ਕਰਨਾ ਸੈਟਅਪ। ਐਗਜ਼ੈਕਟਲੀ। ਤੇ ਉਹ ਇਹ ਹੈਗਾ ਕਿ ਇੱਕ ਉਹ ਸਿੰਪਲ ਬੈਕਡ੍ਰੌਪ ਦੇ ਨਾਲ ਆਪਣਾ ਪਾਰਟੀ ਕਰ। ਚਲੋ ਅਸੀਂ ਇਹ ਗੱਲ ਤਾਂ ਕਰਦੇ ਹਾਂ ਕਿ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ, ਤੁਸੀਂ ਵੀ ਇਸ ਸਾਰੇ ਸਟਰਗਲ ਦੇ ਵਿੱਚੋਂ ਲੰਘੇ ਹੋ, ਇਹ ਪੀਰੀਅਡ ਸਾਰਿਆਂ ਵਾਸਤੇ ਬੜਾ ਔਖਾ ਸੀਗਾ, ਔਰ ਲੋਕਾਂ ਨੇ ਜਿਨ੍ਹਾਂ ਨੇ ਨਹੀਂ ਸੋਚਿਆ ਕੁਝ, ਉਹ ਅਜੇ ਵੀ ਔਖੇ ਆ, ਜਿਨ੍ਹਾਂ ਨੇ ਕੁਝ ਸੋਚ ਲਿਆ ਕਿ ਇੱਕ ਦਰਵਾਜ਼ਾ ਬੰਦ ਹੋ ਗਿਆ 10 ਹੋਰ ਖੁੱਲ ਜਾਂਦੇ। ਬਿਲਕੁਲ। ਹੁਣ ਤੁਸੀਂ ਫੋਰ ਐਗਜ਼ਾਮਪਲ, ਤੁਸੀਂ ਹੁਣ ਜੇ ਅਸੀਂ ਇਹਦੀ ਗੱਲ ਕਰ ਰਹੇ ਹਾਂ, ਹੁਣ ਤੱਕ ਫੋਰਐਵਰ ਜਿਹੜੇ ਇਵੈਂਟਸ ਹੈਗੇ ਨੇ ਉਹ ਇਨਡੋਰ ਹੁੰਦੇ ਆਏ, ਹੈਨਾ। ਹੁਣ ਕੀ ਹੋਇਆ ਕਿ ਲੋਕਾਂ ਨੂੰ ਇਹ ਸਮਝ ਆ ਗਈ ਕਿ ਵਿਦ ਕੋਵਿਡ ਇਨਡੋਰ ਸ਼ਾਇਦ ਇੰਨੇ ਬੰਦੇ ਨਹੀਂ ਅਲਾਓ ਕਰਨਗੇ, ਆਊਟਡੋਰ ਇਵੈਂਟਸ ਦੀ ਸੰਭਾਵਨਾ ਹੈਗੀ ਆ। ਤੇ ਹੁਣ ਜਿਹੜੇ ਸਿਟੀ ਦੇ ਆਸ-ਪਾਸ ਜਿੰਨੇ ਵੀ ਗੋਲਫ ਕੋਰਸਸ ਨੇ, ਇਹਨਾਂ ਨੇ ਆਪਣੇ ਦਰਵਾਜ਼ੇ ਖੋਲਤੇ ਆ ਫॉर एवरीबॉडी, ਪੀਪਲ ਹੈਵ ਸਟਾਰਟਡ ਬੁਕਿੰਗ ਆਊਟਡੋਰ, ਰਾਈਟ। ਤੇ ਉਹੀ ਹੈਗਾ ਕਿ ਜਦ ਉਹੀ ਗੱਲ ਹੋਈ ਕਿ ਜਦ ਇੱਕ ਰਸਤਾ ਬੰਦ ਹੋਇਆ, ਤੇ ਐਂਡ ਵੀ ਆਰ ਲਿਵਿੰਗ ਇਨ ਅ ਏਜ ਵੇਅਰ ਸਾਡੇ ਕੋਲ ਜਿਹੜਾ ਇੰਟਰਨੈਟ ਹੈ ਇਟਸ ਫ੍ਰੀਲੀ ਐਕਸੈਸਿਬਲ, ਤੇ ਇੰਸਟਾਗ੍ਰਾਮ, ਫੇਸਬੁੱਕ, ਐਵਰੀਥਿੰਗ, ਉਹਦੇ ਤੇ ਜਿਹੜੀ ਮਾਰਕੀਟਿੰਗ ਹੈਗੀ ਆ, ਐਂਡ ਜਿਹੜਾ ਮੈਂ ਪਰਸਨਲੀ, ਐਂਡ ਮੇਬੀ ਜੇ ਕੋਈ ਸਾਨੂੰ ਸੁਣ ਰਿਹਾ, ਮੈਂ ਦੱਸਣਾ ਚਾਹੂੰਗੀ ਕਿ ਫੇਸਬੁੱਕ ਜਿਹੜਾ ਆ, ਇਟ ਗਿਵਸ ਯੂ ਅ ਕਾਲ ਫॉर ਫ੍ਰੀ, ਤੁਹਾਨੂੰ 2 ਕਾਲ ਕਰਦੇ ਆ, ਦੇ ਸਪੈਂਡ 45 ਮਿੰਟਸ ਵਿਦ ਯੂ ਐਂਡ ਐਕਸਪਲੇਨ ਟੂ ਯੂ ਕਿ ਤੁਹਾਨੂੰ ਇੱਕ ਆਪਣੀ ਐਡ ਪ੍ਰੋਪਰਲੀ ਕਿੱਦਾਂ ਪਾਉਣੀ ਚਾਹੀਦੀ ਆ। ਫੇਸਬੁੱਕ ਵਾਲੇ ਕਾਲ ਕਰਦੇ? ਅੱਛਾ ਜੀ। ਜੇ ਤੁਸੀਂ ਉਹਨਾਂ ਦੀ ਐਡ ਵਾਸਤੇ ਤੁਸੀਂ ਜਾਓ, ਤੇ ਦੈਟਸ ਵਾਟ ਆਈ ਡਿਡ। ਮੈਂ ਸੋਚਿਆ ਸੀਗਾ ਕਿ ਮੈਨੂੰ ਕੀ ਸਿਖਾ ਲੂਗਾ ਇਹ ਫੋਨ ਕਰਕੇ ਪੌਣੇ ਘੰਟੇ ਫੋਨ ਦੇ ਉੱਤੇ, ਬਟ ਆਈ ਲਰਨਡ ਅ ਲੋਟ। ਕਿ ਪਹਿਲਾਂ ਮੈਂ ਐਡ ਪਾਉਂਦੀ ਸੀਗੀ, ਮੈਨੂੰ ਪਤਾ ਹੀ ਨਹੀਂ ਸੀਗਾ ਕਿ ਮੈਂ ਇਹ ਪੈਰਾਮੀਟਰਸ ਨੂੰ ਕਵਰ ਕਰ ਸਕਦੀ ਹਾਂ। ਐਡ ਅਦਰਵਾਈਜ਼ ਪੇਡ ਹੁੰਦੀ। ਹਾਂਜੀ, ਐਡ ਤਾਂ ਪੇਡ ਹੁੰਦੀ, ਪਰ ਕਿਵੇਂ ਪ੍ਰੈਜ਼ੈਂਟ ਕਰਨੀ ਉਹ ਤੁਹਾਨੂੰ ਗਾਈਡ ਕਰਦਾ। ਤੁਸੀਂ ਜੇ ਐਡ ਪਾਈ, ਸਮਝ ਲਓ ਤੁਸੀਂ ਕਿਹਾ ਮੈਂ $30 ਖਰਚਣੇ ਆਪਣੀ ਐਡ ਦੇ ਉੱਤੇ ਫॉर ਐਗਜ਼ਾਮਪਲ, ਰਾਈਟ। ਤੇ ਤੁਸੀਂ ਉਹਨੂੰ ਐਡ ਪਾ ਲਈ, ਸਾਰਾ ਕੁਝ ਕਰ ਲਿਆ, ਤੇ ਤੁਹਾਨੂੰ ਤੁਸੀਂ ਇੱਕ ਆਮ ਐਡ ਚਲਾਈ, ਪਰ ਜਿਹੜੇ ਤੁਸੀਂ ਉਹਨਾਂ ਦੇ ਪੈਰਾਮੀਟਰਸ ਦੇ ਹਿਸਾਬ ਦੇ ਨਾਲ ਤੁਸੀਂ ਪਾਉਂਦੇ ਹੋ ਐਡ, ਤੁਸੀਂ ਜ਼ਿਆਦਾ ਏਰੀਆ ਕਵਰ ਕਰਦੇ ਹੋ, ਤੁਸੀਂ ਇੱਕ ਮੈਕਸਿਮਮ ਹੋਰ ਬੰਦਿਆਂ ਨੂੰ ਤੁਹਾਡੀ ਇੱਕ ਪਹੁੰਚਦੀ ਆ, ਡਿਫਰੈਂਟ ਆਈਡੀਆਜ਼ ਤੁਹਾਨੂੰ ਉੱਥੇ ਮਿਲ ਜਾਂਦੇ। ਬਿਲਕੁਲ। ਸੋ ਉਹੀ ਹੈਗਾ ਕਿ ਜੇ ਇੱਕ ਰਸਤਾ ਬੰਦ ਹੋਇਆ, ਸੋ ਇਟਸ ਜਸਟ ਲਾਈਕ ਜਿਹੜੀ ਮਾਰਕੀਟਿੰਗ ਹੈਗੀ ਆ, ਇਹਨੇ ਕੋਵਿਡ ਦੇ ਕਰਕੇ ਇਹ ਸਿੱਖਿਆ ਕਿ ਸਿਰਫ ਇੱਕ ਗੁੱਡ ਪ੍ਰੋਡਕਟ ਪ੍ਰੋਡਿਊਸ ਕਰਕੇ ਸਾਹਮਣੇ ਰੱਖਣ ਦੇ ਨਾਲ ਕੁਝ ਨਹੀਂ ਹੁੰਦਾ, ਉਹਨੂੰ ਪ੍ਰੋਪਰਲੀ ਜਿਹੜਾ ਮਾਰਕੀਟਿੰਗ ਕਰਨੀ ਬਹੁਤ ਜ਼ਰੂਰੀ ਹੈ। ਜਿਹੜਾ ਪਹਿਲਾ ਪੋਰਸ਼ਨ ਅਸੀਂ ਗੱਲਬਾਤ ਕੀਤੀ, ਉਹਦੇ ਚ ਅਸੀਂ ਨੈਗੇਟਿਵ ਇਫੈਕਟ ਕੀ ਹੋਏ ਆ ਉਹਦੇ ਤੇ ਗੱਲ ਕੀਤੀ। ਹੁਣ ਇਹ ਪੋਜ਼ਿਟਿਵ ਇਫੈਕਟ ਵਾਲੀ ਗੱਲ ਆ ਗਈ ਕਿ ਤੁਹਾਡੇ ਤੋਂ ਨਵੀਆਂ ਓਪਰਚੁਨਿਟੀਜ਼ ਤੁਹਾਨੂੰ ਮਿਲੀਆਂ, ਤੁਹਾਨੂੰ ਨਵੇਂ ਰਸਤੇ ਮਿਲੇ। ਇਸ ਤੋਂ ਪਹਿਲਾਂ ਤਾਂ ਕਦੀ ਫੇਸਬੁੱਕ ਤੇ ਐਡ ਕਰਨ ਦਾ ਕਿਸੇ ਨੇ ਸੋਚਿਆ ਨਹੀਂ ਹੋਣਾ, ਕਦੀ ਟਾਈਮ ਹੀ ਨਹੀਂ ਸੀਗਾ, ਕਦੀ ਸੋਚਿਆ ਹੀ ਨਹੀਂ ਕਿ ਇਹ ਵੀ ਕਰਨਾ ਚਾਹੀਦਾ। ਬਸ ਇਹ ਹੁੰਦਾ ਸੀਗਾ, ਹਾਂਜੀ ਇਹ ਇਵੈਂਟ ਕਰ ਲਿਆ, ਫੋਟੋ ਪਾਤੀ, ਫਿਰ ਬਸ ਲੋਕਾਂ ਨੇ ਦੇਖ ਲੈਣੀ। ਕਦੀ ਇਹ ਨਹੀਂ ਸੋਚਿਆ ਕਿ ਕੋਈ ਮੇਰੇ ਪੇਜ ਤੇ ਆ ਕੇ ਮੇਰੀ ਫੋਟੋ ਕਿਉਂ ਦੇਖੂਗਾ, ਕਿਸੇ ਨੂੰ ਕੀ ਪਤਾ ਕਿ ਪ੍ਰਿਯੰਕਾ ਨੇ ਕੀ ਕੰਮ ਕੀਤਾ ਹੈ, ਰਾਈਟ। ਸੋ ਉਸ ਚੀਜ਼ ਨੂੰ ਕਿੱਦਾਂ ਪ੍ਰੈਜ਼ੈਂਟ ਕਰਨਾ, ਇਹ ਫਿਰ ਸਿੱਖਿਆ, ਰਾਈਟ। ਸੋ ਆਈ ਥਿੰਕ ਕਿ ਇਹਦੇ ਨਾਲ ਇਹ ਚੀਜ਼ਾਂ ਡੈਫੀਨਿਟਲੀ ਮਾਰਕੀਟਿੰਗ ਦਾ ਕਨਸੈਪਟ ਵੀ ਡਿਜੀਟਲ ਹੋ ਗਿਆ। ਜੇ ਮੈਨੂੰ ਲੱਗਦਾ ਕਿ ਇਹ ਕੋਵਿਡ ਦੀ ਪ੍ਰੋਬਲਮ ਨਾ ਆਉਂਦੀ, ਮਾਰਕੀਟਿੰਗ ਕਰਨ ਦਾ ਤਰੀਕਾ ਕੋਈ ਡਿਫਰੈਂਟ ਹੋਣਾ ਸੀਗਾ, ਡਿਜੀਟਲ ਸ਼ਾਇਦ ਨਾ ਹੁੰਦਾ। ਨਹੀਂ, ਡਿਜੀਟਲ ਆਈ ਥਿੰਕ ਕੀ ਹੋਇਆ ਸੀਗਾ, ਐਸ ਫਾਰ ਐਜ਼ ਮਾਈ ਪਰਸਨਲ ਐਕਸਪੀਰੀਐਂਸਿਸ, ਕਿ ਫੇਸਬੁੱਕ ਤੇ ਇੰਸਟਾਗ੍ਰਾਮ ਨੇ ਆਪਣੇ ਐਲਗੋਰਿਥਮਸ ਕਹਿੰਦੇ ਆ ਜਿਹੜੇ ਉਹਨਾਂ ਨੇ ਪਿੱਛੇ ਪਾਏ ਹੁੰਦੇ ਆ, ਰਾਈਟ, ਉਹ ਇਹਨਾਂ ਨੇ ਆਲਰੇਡੀ ਚੇਂਜ ਕਰਨੇ ਸ਼ੁਰੂ ਕਰਤੇ ਸੀਗੇ, ਬਟ ਲੋਕਾਂ ਨੂੰ ਉਹਦੀ ਇੰਨੀ ਜ਼ਰੂਰਤ ਨਹੀਂ ਸੀਗੀ। ਲੋਕਾਂ ਨੇ ਕਿ ਸਾਡਾ ਕੰਮ ਤੇ ਚੱਲ ਰਿਹਾ, ਵਾਈ ਡੂ ਵੀ ਨੀਡ ਟੂ ਪੇ ਅਟੈਂਸ਼ਨ, ਹੈ। ਪਰ ਕੋਵਿਡ ਕਰਕੇ ਵੀ ਅੰਡਰਸਟੂਡ ਕਿ ਨਹੀਂ, ਇਹ ਹੁਣ ਜਿਸ ਚੀਜ਼ ਨੂੰ ਅਸੀਂ
ਫॉर ਪਰਸਨਲੀ ਮੈਨੂੰ ਨਹੀਂ ਪਤਾ ਬਾਕੀਆਂ ਨੇ ਕਿੱਦਾਂ ਕੀਤਾ, ਬਟ ਪਰਸਨਲੀ ਆਈ ਵਾਸ ਲਾਈਕ ਕੀ ਲੋੜ ਹੈਗੀ ਹੈ ਯਾਰ, ਕੰਮ ਤੇ ਚੱਲ ਰਿਹਾ ਏਦਾਂ ਹੀ, ਹੁਣ ਮੈਂ ਇਹਦੇ ਨਾਲ ਕੀ ਮੈਂ ਸਰ ਖਪਾਵਾਂ ਜਾ ਕੇ, ਲਾਈਕ ਦੈਟ ਬੰਦਾ ਸੋਚਦਾ ਕਿ ਯੂ ਨੋ ਯੂ ਆਰ ਬਿਜ਼ੀ ਇਨ ਯੋਰ ਡੇ ਟੂ ਡੇ ਲਾਈਫ, ਬਟ ਇਹ ਫਿਰ ਮੈਂ ਇਹ ਦੇਖਿਆ ਕਿ ਨੋ ਆਈ ਹੈਵ ਟੂ ਲਰਨ ਦਿਸ। ਚਲੋ ਇੱਕ ਗੱਲ ਤੁਹਾਡੇ ਪਰਸਨਲ ਐਕਸਪੀਰੀਅੰਸ ਤੋਂ ਫਿਰ ਲੈ ਲੈਣਾ ਹੈ। ਅਦਰਵਾਈਜ਼ ਤੁਸੀਂ ਜਿਹੜੀ ਮਾਰਕੀਟਿੰਗ ਕਰਦੇ ਸੀ, ਐਡਵਰਟਾਈਜ਼ਮੈਂਟ ਕਰਦੇ ਸੀਗੇ, ਉਹਦੇ ਨਾਲੋਂ ਇਹ ਡਿਜੀਟਲ ਮਾਰਕੀਟਿੰਗ ਐਡਵਰਟਾਈਜ਼ਿੰਗ ਸਸਤੀ ਹੈ ਜਾਂ? ਮੈਂ ਫ੍ਰੈਂਕਲੀ ਤੁਹਾਨੂੰ ਦੱਸਾਂ, ਮੈਂ ਕਦੀ ਨਹੀਂ ਕੀਤੀ ਐਡਵਰਟਾਈਜ਼ਿੰਗ, ਨਹੀਂ ਕੀਤੀ ਸੀ। ਨਹੀਂ ਕੀਤੀ ਸੀ। ਜੇ ਕਰਨੀ ਪੈਂਦੀ ਤਾਂ ਮਹਿੰਗੀ ਹੁੰਦੀ ਕਿਸੇ ਇਹਦੇ ਨਾਲ ਸਸਤੀ ਹੁੰਦੀ? ਇਹਦੇ ਨਾਲ ਆਈ ਥਿੰਕ ਉਸ ਟਾਈਮ ਮੈਨੂੰ ਮਹਿੰਗੀ ਪੈਣੀ ਸੀਗੀ। ਉਸ ਟਾਈਮ ਮਹਿੰਗੀ ਪੈਣੀ ਸੀਗੀ ਬਿਕਾਜ਼ ਮੈਨੂੰ ਕੋਈ ਆਈਡੀਆ ਨਹੀਂ ਸੀਗਾ। ਮੈਂ ਕਿਸੇ ਹੋਰ ਨੂੰ ਕਹਿ ਦੇਣਾ ਸੀਗਾ ਦਿਸ ਇਜ਼ ਵਾਟ ਆਈ ਵਾਂਟ ਡਨ, ਦੇਖ ਲੈ ਮੈਨੂੰ ਦੱਸ ਦੇ ਕਿੱਦਾਂ ਕਰਨੀ ਹੈ ਨਾ, ਕਿਉਂਕਿ ਮੈਂ ਤੁਹਾਨੂੰ ਕੀ ਦੱਸਿਆ ਕਿ ਜਿੱਦਾਂ ਬਸ ਮੇਰੇ ਹਿਸਾਬ ਨਾਲ ਮਾਰਕੀਟਿੰਗ ਕੀ ਸੀਗੀ ਕਿ ਕੰਮ ਕੀਤਾ, ਫੋਟੋ ਖਿੱਚ ਪਾਤੀ, ਉਹ ਮੇਰੇ ਹਿਸਾਬ ਨਾਲ ਮਾਰਕੀਟਿੰਗ ਹੋ ਗਈ, ਪਰ ਉਹ ਮਾਰਕੀਟਿੰਗ ਨਹੀਂ ਸੀ, ਰਾਈਟ? ਕਿਉਂਕਿ ਮੈਂ ਮਾਰਕੀਟਿੰਗ ਉਹ ਜਸਟ ਤੁਸੀਂ ਆਪਣੀ ਇੱਕ ਪ੍ਰੈਜੈਂਟੇਸ਼ਨ ਦੇਤੀ, ਉਹ ਵੀ ਆਫਟਰ ਵਰਕ, ਆਫਟਰ ਕੰਪਲੀਸ਼ਨ। ਐਗਜ਼ੈਕਟਲੀ, ਠੀਕ ਹੈ ਨਾ ਜੀ। ਪਰ ਹੁਣ ਕੀ ਹੋਇਆ, ਹੁਣ ਨਾਓ ਇਟਸ ਅ ਕਾਂਸਟੈਂਟ ਐਫਰਟ ਕਿ ਕੋਈ ਨਵਾਂ ਪ੍ਰੋਡਕਟ ਆਂਦਾ ਉਹਨੂੰ ਬਣਾ ਕੇ ਪ੍ਰੈਜ਼ੈਂਟ ਕਰਨਾ, ਉਹਨੂੰ ਕਰਨਾ, ਤੇ ਕਨਸਟੈਂਟਲੀ ਯੂ ਆਰ ਇੰਗੇਜਡ ਵਿਦ ਯੋਰ ਕਲਾਇੰਟ, ਰਾਈਟ? ਹੋਰ ਕੀ ਗੁੱਡ ਇਫੈਕਟ ਕੀ ਹੋ ਸਕਦੇ? ਚਲੋ ਉਂਝ ਤਾਂ ਵੈਸੇ ਬਿਮਾਰੀ ਹੈ, ਬੰਦੇ ਮਾਰ ਬਿਮਾਰੀ ਹੈਗੀ ਹੈ, ਪਰ ਇਹ ਜੋ ਪ੍ਰਵੇਲਿੰਗ ਸਿਚੁਏਸ਼ਨ ਹੈ, ਜੋ ਕੁਝ ਵੀ ਅਵੇਲੇਬਲ ਹੈਗਾ, ਉਹਦੇ ਵਿੱਚ ਸਾਨੂੰ ਪੋਜ਼ਿਟਿਵਿਟੀ ਨਾਲ ਕਿਵੇਂ ਅੱਗੇ ਵਧਣਾ ਚਾਹੀਦਾ। ਮੈਨੂੰ ਇੱਕ ਹੋਰ ਵੱਡੀ ਗੱਲ ਲੱਗਦੀ ਹੈਗੀ, COVID-19 ਨੇ ਸਾਨੂੰ ਬੜਾ ਕੁਝ ਸਿਖਾਇਆ ਹੈਗਾ। ਇੱਕ ਤਾਂ ਚਲੋ ਬਿਜ਼ਨਸ ਦੇ ਪੁਆਇੰਟ ਆਫ ਵਿਊ ਨਾਲ ਮੈਂ ਗੱਲ ਕਰਦਾ ਹੈਗਾ, ਇੱਕ ਤਾਂ ਮਾਰਕੀਟਿੰਗ ਦੀ ਗੱਲ ਜਿਹੜੀ ਉਹ ਹੋ ਗਈ, ਠੀਕ ਹੈ। ਦੂਜੀ ਸਾਡੀ ਬਾਇੰਗ ਕੈਪੈਸਿਟੀ ਜਿਹੜੀ ਆ ਉਹ ਵੀ ਅਸੀਂ ਵਿਦਨ ਕੰਟਰੋਲ ਕਰ ਲਈ ਆਪਣੇ, ਜਾਂ ਕਿਵੇਂ ਲੱਗਦਾ ਸੀ? ਮੈਨੂੰ ਇਹਦਾ ਡਬਲ ਐਜ ਸੋਰਡ ਹੈਗੀ ਆ, ਰਾਈਟ? ਦੋ-ਧਾਰੀ ਤਲਵਾਰ ਜਿਹਨੂੰ ਕਹਿੰਦੀ ਹੈ ਨਾ, ਬਿਕਾਜ਼ ਇਦਾਂ ਸੀਗਾ ਕਿ ਪਹਿਲਾਂ ਜਦ ਕੋਵਿਡ ਤੋਂ ਪਹਿਲਾਂ ਅਸੀਂ ਇੱਥੇ ਘੁੰਮਣ ਜਾ ਰਹੇ ਹਾਂ, ਇੱਥੇ ਜਾ ਰਹੇ ਹਾਂ, ਉੱਥੇ ਜਾ ਰਹੇ ਹਾਂ, ਵੀ ਸਪੈਂਡਿੰਗ ਮਨੀ ਦੇਅਰ, ਰਾਈਟ? ਹੁਣ ਕੋਵਿਡ ਦੇ ਕਰਕੇ ਵਾਟ ਵੀ ਹੈਵ ਲਰਨ ਕਿ ਘਰ ਵਿੱਚ ਰਹਿ ਕੇ ਵੀ ਆਪਣੀ ਐਂਟਰਟੇਨਮੈਂਟ ਕਿੱਦਾਂ ਕੀਤੀ ਜਾ ਸਕਦੀ ਹੈ। ਐਗਜ਼ੈਕਟਲੀ। ਤੇ ਜਿਹੜਾ ਪੈਸਾ ਅਸੀਂ ਇੱਥੇ ਉੱਥੇ ਖਰਚ ਹੋ ਰਿਹਾ ਸੀਗਾ, ਨਾਓ ਇਟਸ ਬੀਇੰਗ ਸਪੈਂਟ ਘਰੇ ਰਹਿ ਕੇ ਆਪਣੀ ਐਂਟਰਟੇਨਮੈਂਟ ਤੇ ਉਹ ਪੈਸਾ ਖਰਚ ਹੋ ਰਿਹਾ, ਪੈਸਾ ਉਨਾ ਹੀ ਖਰਚ ਹੋ ਰਿਹਾ, ਮੇ ਬੀ ਅ ਲਿਟਲ ਬਿਟ ਮੋਰ, ਕਿਉਂਕਿ ਅਸੀਂ ਹੁਣ ਸਾਰਾ ਕੁਝ ਘਰੇ ਬਣਾ ਰਹੇ ਹਾਂ, ਸਾਰਾ ਕੁਝ ਘਰੇ ਕਰ ਰਹੇ ਹਾਂ, ਯੂ ਪੀਪਲ ਆਰ ਆਰਡਰਿੰਗ ਟੂ, ਬਟ ਆਈ ਥਿੰਕ ਉਹ ਇੱਕ ਡੈਫੀਨਿਟਲੀ ਇੱਕ ਸ਼ਿਫਟ ਹੋਇਆ ਆ। ਤੇ ਜਿਹੜਾ ਇੱਕ ਪੋਜ਼ਿਟਿਵ ਮੈਨੂੰ ਜਿਹੜਾ ਸ਼ਿਫਟ ਲੱਗਿਆ ਕਿ ਲੋਕਾਂ ਨੇ ਅੰਡਰਸਟੈਂਡ ਕੀਤਾ ਕਿ ਹਾਊ ਇੰਪੋਰਟੈਂਟ ਇਟ ਇਜ਼ ਟੂ ਗਰੋ ਯੋਰ ਓਨ ਫੂਡ, ਹੈ ਨਾ? ਇੱਕ ਜਿਹੜਾ ਇੱਕ ਇਹ ਬੜੀ ਜਿਹੜੀ ਰੈਵੋਲੂਸ਼ਨ ਆਈ ਹੈ ਇਸ ਮਾਰਕੀਟ ਵਿੱਚ, ਉਹ ਮੈਨੂੰ ਬਹੁਤ ਪੋਜ਼ਿਟਿਵ ਲੱਗੀ ਆ। ਤੁਸੀਂ ਇੱਕ ਗੱਲ ਕਰ ਰਹੇ ਸੀਗੇ ਕਿ ਆਮ ਲੋਕਾਂ ਨੇ ਇਸ ਸਿਚੁਏਸ਼ਨ ਦੀ ਪਰਵਾਹ ਨਾ ਕਰਕੇ ਵੀ ਬਹੁਤ ਸਾਰੀਆਂ ਪਰਚੇਜ਼ਸ ਕੀਤੀਆਂ, ਅਨਵਾਂਟਡ, ਆਈ ਥਿੰਕ ਅਨਨੈਸੈਸਰੀ, ਆਈ ਥਿੰਕ ਸੋ, ਕਿਉਂਕਿ ਜਾਓ ਤੇ ਜੀ ਪਾਸਤਾ ਮੁੱਕਿਆ ਹੋਇਆ, ਜਾਓ ਇਹ ਮੁੱਕਿਆ ਹੋਇਆ, ਵਾਈ ਪੀਪਲ ਵਰ ਜਸਟ constantly buying, that mentality ਕਿ ਨਹੀਂ ਇਹ ਮੁੱਕ ਜਾਣਾ ਹੈ, ਇਕੱਠਾ ਕਰਕੇ ਲੈ ਕੇ ਤੁਸੀਂ ਰੱਖ ਲਓ, ਰਾਈਟ? ਕੋਈ ਡਰ ਜਿਹਾ ਦਿਮਾਗ 'ਚ ਹੁੰਦਾ। ਹਾਂਜੀ ਹਾਂਜੀ। ਅੱਛਾ, ਇਹ ਤਾਂ ਚਲੋ ਪਬਲਿਕ ਦੀ ਗੱਲ ਹੋ ਗਈ। ਹੁਣ ਬਿਜ਼ਨੈਸਸ ਵਾਲੇ ਕੀ ਕਰਦੇ? ਉਹ ਵੀ ਇਸ ਤਰ੍ਹਾਂ ਹੀ ਕਰਦੇ? I have personally, ਮੈਨੂੰ I don't think so. I think ਕਿ ਹੁਣ ਉਹ ਚੂਜ਼ ਹੀ ਨਹੀਂ ਹੋਗਾ ਕਿ ਉਹ ਦੇਖਦੇ ਆ ਕਿ ਕਲਾਇੰਟ ਦੀ ਰਿਕੁਆਇਰਮੈਂਟਸ ਕੀ ਹੋਏਗੀ। ਕਿਉਂਕਿ ਦੇਖੋ ਜਿਹੜਾ ਫੈਸ਼ਨ ਆ ਜੀ, ਜਿੱਥੇ ਤੱਕ ਫੈਸ਼ਨ ਦਾ ਸਵਾਲ ਹੈ, ਕੱਪੜਿਆਂ ਦਾ, ਸ਼ੂਜ਼ ਦਾ, ਹੋਰ ਜੋ ਵੀ ਚੀਜ਼ਾਂ ਜਿਹਨੂੰ ਅਸੀਂ ਫੈਸ਼ਨ ਵਿੱਚ ਗਿਣਦੇ ਹੈਗੇ ਆ, ਇਹ ਮੈਨੂੰ ਲੱਗਦਾ ਇਸ ਟਾਈਮ ਵਿੱਚ ਤੇਜ਼ੀ ਨਾਲ ਚੇਂਜ ਹੋਇਆ। ਤੇ ਮੈਨੂੰ ਨਹੀਂ ਲੱਗਦਾ ਕੋਈ ਕਿਸੇ ਬਿਜ਼ਨਸ ਵਾਲੇ ਨੇ ਕੋਈ ਕਿਸੇ ਚੀਜ਼ ਦਾ ਬਹੁਤ ਜ਼ਿਆਦਾ ਸਟਾਕ ਕਰ ਲਿਆ ਹੋਵੇ ਕਿ ਹੁਣ ਪਤਾ ਨਹੀਂ ਬਾਅਦ ਵਿੱਚ ਅਵੇਲੇਬਲ ਮਾਰਕੀਟ 'ਚ ਹੋਣੀ ਕਿ ਨਹੀਂ ਹੋਣੀ, ਸਟਾਕ ਕਰਕੇ ਰੱਖ ਲਓ। But I don't think ਕਿ ਉਨਾ ਸਟਾਕ ਅਵੇਲੇਬਲ ਹੈਗਾ ਵੀ ਸੀ, ਕਿਉਂਕਿ ਜਿੰਨੀ ਇੱਕ ਪ੍ਰੋਡਕਸ਼ਨ ਹੋ ਰਹੀ ਆ ਉਨੀ ਕਿ ਉਨੀ ਨਾਲ ਨਿਕਲ ਤੇ ਜਦੋਂ ਨੈਕਸਟ ਆਉਂਦਾ ਕੋਈ ਪ੍ਰੋਡਕਟ ਆਉਂਦਾ ਤੇ ਉਹਦੀ ਚੇਂਜ ਹੁੰਦਾ ਕੁਛ ਨਾ ਕੁਛ, ਠੀਕ ਹੈ? ਤੇ ਕਲਾਇੰਟ ਚੇਂਜ ਹੀ ਚਾਹੁੰਦਾ। ਇਹਦੇ ਨਾਲ ਤੇ ਫੇਰ ਹੋਇਆ ਕਿ ਉਹਨਾਂ ਦਾ ਸਗੋਂ ਬਜਟ ਕੰਟਰੋਲ 'ਚ ਹੋ ਗਿਆ, ਉਹਨਾਂ ਨੂੰ ਓਵਰ ਸਟਾਕਿੰਗ ਨਹੀਂ ਕਰਨੀ ਪਈ, ਠੀਕ ਹੈ ਜੀ? ਅੱਛਾ, ਡਿਜੀਟਲ ਮਾਰਕੀਟਿੰਗ ਦੇ ਨਾਲ ਜਿਹੜਾ ਤੁਹਾਡਾ ਕਲਾਇੰਟ ਹੈ, ਜਿਹੜਾ ਤੁਹਾਡਾ ਕਸਟਮਰ ਹੈ, ਉਹਦੇ ਬਿਹੇਵ 'ਚ ਵੀ ਫਰਕ ਪਿਆ ਹੈ? ਯੈਸ। ਹੁਣ ਕੀ ਹੈਗਾ ਕਿ ਆਈ ਹੈਵ ਸੀਨ ਕਿ ਕਲਾਇੰਟ ਪਹਿਲਾਂ ਵੀ ਬਹੁਤ ਅਵੇਅਰ ਸੀਗਾ, ਕਲਾਇੰਟ ਪਹਿਲਾਂ ਵੀ ਮਾਰਕੀਟ ਪੂਰੀ ਛਾਂਟ ਕੇ ਆਉਂਦਾ ਸੀਗਾ, ਰਾਈਟ? ਬਟ ਹੁਣ ਜ਼ਿਆਦਾ ਅਵੇਅਰ ਆ, ਬਿਕਾਜ਼ ਉਹਨੇ ਇਹ ਦੇਖਣਾ ਕਿ ਮੇਰੇ ਕੋਲ ਕੀ ਪੋਸੀਬਿਲਿਟੀਜ਼ ਹੈਗੀਆਂ ਮਾਰਕੀਟ ਵਿੱਚ, ਮੈਨੂੰ ਕੀ ਅਵੇਲੇਬਿਲਿਟੀ ਹੈਗੀ ਆ। ਹੁਣ ਕਲਾਇੰਟ ਉਹ ਸਾਰੀ ਬਹਿ ਕੇ ਖੰਗਾਲਦਾ ਆ, ਰਾਈਟ? ਹੁਣ ਫੋਰ ਐਗਜ਼ਾਮਪਲ ਫੇਸਬੁੱਕ ਤੇ ਇੰਨੇ ਪੇਜਸ ਬਣੇ ਹੋਏ ਆ ਕਿ ਤੁਸੀਂ ਜੇ ਉੱਥੇ ਪਾ ਦੋ ਕਿ ਦਿਸ ਇਜ਼ ਵਾਟ ਆਈ ਵਾਂਟ ਡਨ,
ਬਹੁਤ ਲੋਕੀ ਉੱਥੇ ਮੈਸੇजेस ਪਾਉਂਦੇ ਕਿ I do this, I do this, I do this, I do this. ਸੋ ਜਿੱਥੇ ਕਲਾਇੰਟ ਨੇ ਬਹਿ ਕੇ ਲੱਭਣੇ ਸੀਗੇ ਮੇਬੀ 2 or 3 ਪੀਪਲ, ਉਹਨੂੰ ਉੱਥੇ 10 ਕਿ 15 ਆਪਸ਼ਨ ਮਿਲ ਜਾਂਦੇ ਆ। ਜਦੋਂ ਉਹਨੂੰ 15 ਆਪਸ਼ਨ ਮਿਲ ਗਏ, ਉਹ ਸਾਰਿਆਂ ਦੇ ਪ੍ਰਾਈਸਿਸ ਪੁੱਛੂਗਾ, ਜਿਹੜੀ ਉਹਨੂੰ ਬੈਸਟ ਪ੍ਰਾਈਸ ਹੋਏਗੀ the client is able to take that. ਇੱਕ ਹੋਰ ਮੈਨੂੰ ਲੱਗਦਾ, ਇੱਕ ਹੋਰ ਕਨਸੈਪਟ ਚੇਂਜ ਹੋਇਆ ਲੱਗਦਾ, ਪਤਾ ਨਹੀਂ ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਹੋਵੋਗੇ ਨਾ ਹੋ। ਆਮ ਤੌਰ ਤੇ ਅਸੀਂ ਜਾਂਦੇ ਹਾਂ ਸਟੋਰ 'ਚ, ਕੋਈ ਕੱਪੜਾ ਬਾਏ ਕਰ ਲਿਆ, ਫॉर ਐਗਜ਼ਾਮਪਲ ਮੈਂ ਕੋਟ ਬਾਏ ਕਰ ਲਿਆ, ਮੈਨੂੰ ਬਾਅਦ 'ਚ ਲੱਗਾ ਫਿਟਿੰਗ 'ਚ ਪ੍ਰੋਬਲਮ ਹੈ, ਜਾਂ ਕਲਰ ਨਹੀਂ ਮੈਨੂੰ ਸੂਟ ਕਰਦਾ, ਮੈਚ ਨਹੀਂ ਕਰਦਾ, ਜੇ ਕਿਸੇ ਨੇ ਮੈਨੂੰ ਕਹਿਤਾ ਨੋ ਇਹ ਨਹੀਂ ਠੀਕ ਹੈਗਾ, ਤੁਸੀਂ ਕਿੰਨੇ ਦਾ ਲਿਆ, ਮਹਿੰਗਾ ਲੈ ਲਿਆ, ਛੱਡੋ ਫਲਾਣੇ ਸਟੋਰ ਚਲੇ ਜਾਓ, ਉੱਥੋਂ ਵਧੀਆ ਤੁਹਾਨੂੰ ਸਸਤਾ ਮਿਲ ਜਾਏਗਾ। ਮੈਂ ਇਹ ਕੋਟ 15 ਦਿਨ ਪਾ ਕੇ ਵੀ ਵਾਪਸ ਕਰ ਆਣਾ, ਇਹ ਆਮ ਚੱਲਦਾ ਸੀਗਾ। ਹੁਣ ਜਦੋਂ ਕਿ ਤੁਹਾਨੂੰ ਉਹ ਆਨਲਾਈਨ ਤੁਸੀਂ ਆਰਡਰ ਕਰਦੇ ਹੋ ਤੇ ਮੇਰਾ ਖਿਆਲ ਤਾਂ ਉਹ ਐਕਸਚੇਂਜੇਬਲ ਨਹੀਂ ਹੁੰਦਾ, ਰਿਟਰਨੇਬਲ ਨਹੀਂ ਹੁੰਦਾ। ਨਹੀਂ, ਐਕਸਚੇਂਜ ਐਂਡ ਰੀਫੰਡ ਤੇ ਜਿੱਥੇ ਤੱਕ ਮੈਨੂੰ ਪਤਾ ਅਜੇ ਵੀ ਹੈਗਾ, ਉਦਾਂ ਹੀ ਚੱਲ ਰਿਹਾ ਆ। ਤੁਸੀਂ Amazon ਤੋਂ ਕੋਈ ਚੀਜ਼ ਮੰਗਾਉਂਦੇ ਹੋ, ਵਾਪਸ ਹੋ ਸਕਦੀ? ਹਾਂਜੀ, ਬਿਲਕੁਲ ਹੋ ਸਕਦੀ। ਕੋਈ ਉਹਦੇ ਚ ਡਿਸਕਾਊਂਟ ਵਗੈਰਾ ਤਾਂ ਨਹੀਂ? ਨੋ ਜੀ। ਅੱਛਾ, ਅਜੇ ਵੀ ਮਤਲਬ ਇਹ ਇਸ ਤਰੀਕੇ ਦਾ ਬਿਹੇਵ ਚੇਂਜ ਨਹੀਂ ਹੋਇਆ ਕਲਾਇੰਟ ਦਾ? ਨੋ। ਫਿਰ ਬਿਹੇਵੀਅਰ ਕੀ ਚੇਂਜ ਹੋਇਆ ਕਲਾਇੰਟ ਦਾ? ਆਈ ਥਿੰਕ ਕਲਾਇੰਟ ਦਾ ਬਿਹੇਵੀਅਰ ਇਦਾਂ ਚੇਂਜ ਹੋਇਆ ਕਿ ਕਲਾਇੰਟ ਹੈਜ਼ ਬਿਕਮ ਮੋਰ ਅਵੇਅਰ, ਜਿੱਦਾਂ ਮੈਂ ਪਹਿਲਾਂ ਕਿਹਾ। ਉਹ ਤਾਂ ਆਪਸ਼ਨ ਜ਼ਿਆਦਾ ਹੋ ਗਏ ਨਾ ਉਹਦਾ। ਇਸ ਕਰਕੇ, ਕਿਉਂਕਿ ਹੁਣ ਸਾਰਾ ਕੁਝ ਜਦ ਆਨਲਾਈਨ ਆ ਗਿਆ, ਤੁਸੀਂ ਜਦ ਇੱਕ ਚੀਜ਼ ਪਾਉਂਦੇ ਹੋ, ਹੁਣ ਫॉर ਐਗਜ਼ਾਮਪਲ ਤੁਸੀਂ ਇੱਕ ਫਲਿਪ ਲੈ ਲਓ, ਜਿਹੜੀ ਇੱਕ ਐਪ ਹੈਗੀ, ਉੱਥੇ ਇੱਕ ਚੀਜ਼ ਪਾਈ, ਉਹਨੇ ਸਾਰੇ ਪਾਸੇ ਦੱਸ ਦੇਣਾ ਹੈ ਕਿ ਇੱਥੇ ਦੀ ਇਹ ਪ੍ਰਾਈਸ ਹੈ, ਇੱਥੇ ਦੀ ਇਹ ਪ੍ਰਾਈਸ ਹੈ, ਇੱਥੇ ਦੀ ਇਹ ਪ੍ਰਾਈਸ ਹੈਗੀ। ਸੋ ਦੈਟ ਯੂ نو ਕਲਾਇੰਟ ਜਿਹੜੀ ਅਵੇਅਰਨੈਸ ਹੈਗੀ ਇਸ ਟਾਈਮ ਬਹੁਤ ਜ਼ਿਆਦਾ ਹੈ, ਬਿਕਾਜ਼ ਦ ਇਨਫੋਰਮੇਸ਼ਨ ਇਜ਼ ਈਜ਼ੀਲੀ ਅਵੇਲੇਬਲ, ਰਾਈਟ? ਇਹ ਜਿਹੜਾ ਸਾਰਾ ਕੁਝ ਹੀ ਹੋਇਆ, ਵੈਸੇ ਕਈ ਵਾਰੀ ਇਦਾਂ ਲੱਗਦਾ ਹੁੰਦਾ ਕਿ ਚੇਂਜ ਤਾਂ ਆਉਣੀ ਸੀ, ਬੇਸ਼ੱਕ ਉਹ ਡਿਊ ਟੂ ਕੋਵਿਡ ਆ ਗਈ ਜਾਂ ਡਿਊ ਟੂ ਕੋਈ ਹੋਰ ਰੀਜ਼ਨ, ਕੋਈ ਹੋਰ ਹੋ ਸਕਦਾ, ਥੋੜਾ ਫਾਸਟ ਫਾਰਵਰਡ ਹੋ ਗਿਆ ਥੋੜਾ ਜਿਹਾ। ਹਾਂਜੀ, ਥੋੜਾ ਠੀਕ ਹੈ। ਹੁਣ ਦੇਖੋ ਬੈਂਕਿੰਗ ਦੀ ਗੱਲ ਕਰਦਾ ਜੀ, 50% ਕੈਨੇਡੀਅਨ ਜਿਹੜੇ ਆ ਅਜੇ ਵੀ ਲਾਈਨ 'ਚ ਲੱਗ ਕੇ ਬੈਂਕ ਵਿੱਚ ਪੈਸੇ ਜਮ੍ਹਾਂ ਕਰਾਉਂਦੇ ਆ ਜਾਂ ਕਢਾਉਂਦੇ ਆ ਜਾਂ ਬਿੱਲ ਪੇ ਕਰਦੇ ਆ। ਨਾਲ ਹੀ ਉਹਨਾਂ ਦੇ ਬੈਂਕ ਦੇ ਉਸੇ ਪ੍ਰੈਮਿਸਿਸ ਦੇ ਵਿੱਚ ATM ਲੱਗੀਆਂ ਹੁੰਦੀਆਂ, ਉਹਨਾਂ ਨੂੰ ਯੂਜ਼ ਨਹੀਂ ਕਰਦੇ, ਉਹ ਕਾਊਂਟਰ ਤੇ ਜਾਣਾ ਪਸੰਦ ਕਰਦੇ। ਹੁਣ ਜਦੋਂ ਕਾਊਂਟਰ ਬੰਦ ਹੋ ਗਏ ਜਾਂ ਕਾਊਂਟਰ ਤੇ ਵੇਟਿੰਗ ਜ਼ਿਆਦਾ ਹੋ ਗਈ, ਠੀਕ ਹੈ ਜੀ, ਤੇ ਉਹ ATM ਯੂਜ਼ ਕਰਨਾ ਸ਼ੁਰੂ ਕਰਤਾ। ਮੈਂ ਪਰਸਨਲੀ ਆਈ ਡੋਨਟ ਥਿੰਕ ਮੈਂ ਬੈਂਕ ਗਏ ਹੋਏ, ਮੈਨੂੰ ਤਾਂ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਆ, ਕਿਉਂਕਿ ਕੈਸ਼ ਫੋਨ ਤੇ ਡਿਪੋਜ਼ਿਟ ਸਿਰਫ ਕੈਸ਼ ਵਾਸਤੇ ਜਾਣਾ ਪੈਂਦਾ ਹੈ ਬੈਂਕ 'ਚ, ਅਦਰਵਾਈਜ਼ ਚੈੱਕ ਜਿਹੜਾ ਤੁਹਾਡੇ ਫੋਨ ਤੇ ਡਿਪੋਜ਼ਿਟ ਹੋ ਜਾਂਦਾ ਹੈ, ਉਹ ਫੋਟੋ ਕਲਿੱਕ ਕੀਤੀ ਤੇ ਭੇਜਤੀ। ਐਗਜ਼ੈਕਟਲੀ। ਸੋ ਇਹ ਸਾਰਾ ਕੁਝ ਵੀ ਤਾਂ ਹੋਣੀ ਹੈ। ਬਿਲਕੁਲ। ਨਹੀਂ, ਉਹ ਤੇ ਚਲੋ ਮੈਨੂੰ ਇਦਾਂ ਲੱਗਦਾ ਕਿ ਉਹ ਪਹਿਲਾਂ ਵੀ ਇਹਨਾਂ ਨੇ ਇਹ ਆਪਸ਼ਨਸ ਬੈਂਕ ਦੇ ਦਿੱਤੇ। ਐਗਜ਼ੈਕਟਲੀ, ਯਾ ਉਹਦੀ ਯੂਟੀਲਾਈਜੇਸ਼ਨ ਵਧ ਗਈ ਹੁਣ। ਹਾਂਜੀ, ਕਿਉਂਕਿ ਜੇ ਸਾਨੂੰ ਜਾਣ ਨੂੰ ਹੀ ਨਹੀਂ ਮਿਲਿਆ ਸੀ, ਐਕਸੈਸ ਹੀ ਮੁੱਕ ਗਿਆ, ਸੋ ਫਿਰ ਦੈਨ ਦੇयर ਇਜ਼ ਅਨਦਰ ਆਪਸ਼ਨ। ਬੰਦਾ ਕਹਿੰਦਾ ਚਲ ਇਹ ਆਪਸ਼ਨ ਤੇ ਹੈਗੀ ਆ, ਹੁਣ ਇਹ ਕਰਕੇ ਦੇਖ ਲੈਂਦੇ ਆ। 1 ਸਾਲ ਹੋ ਗਿਆ, ਬੜੇ ਆਫਿਸਿਸ ਬੰਦ ਆ। ਹਾਂਜੀ, ਮਾਰਚ ਤੋਂ ਲੈ ਕੇ ਹੁਣ ਮਾਰਚ ਫਿਰ ਆ ਜਾਣਾ, 2 ਦਿਨ ਰਹਿ ਕੇ ਬਾਕੀ, ਠੀਕ ਹੈ ਜੀ। ਆਫਿਸ ਬੰਦ ਆ, ਅਸੈਸ ਹੈ ਨਹੀਂ ਲੋਕਾਂ ਨੂੰ, ਲੋਕਾਂ ਨੂੰ ਆਪਸ਼ਨ ਅਦਰਵਾਈਜ਼ ਹੈਗੀਆਂ, ਕੋਈ ਕੰਮ ਬੰਦ ਨਹੀਂ ਹੋਇਆ, ਠੀਕ ਹੈ ਜੀ। ਸਵਾਏ ਇਹ ਆ ਕਿ ਇੰਟਰਨੈਸ਼ਨਲ ਫਲਾਈਟਸ ਨਹੀਂ ਹੈਗੀਆਂ ਅਵੇਲੇਬਲ, ਤੁਸੀਂ ਜਾ ਨਹੀਂ ਸਕਦੇ, ਜਾ ਸਕਦੇ ਹੋ, ਆ ਸਕਦੇ ਹੋ, ਤੇ ਫਿਰ ਤੁਹਾਨੂੰ ਉਹਦੀਆਂ ਰਿਸਟ੍ਰਿਕਸ਼ਨਸ ਹੈਗੀਆਂ ਉਹ ਫੋਲੋ ਕਰਨੀਆਂ ਪੈਣਗੀਆਂ, ਇਸ ਤਰੀਕੇ ਦੀਆਂ। ਹੁਣ ਇਹ ਬਿਜ਼ਨਸ ਵੀ ਇਫੈਕਟ ਹੋਇਆ, 에ਅਰਲਾਈਨਸ ਦਾ ਬਿਜ਼ਨਸ ਕਿੱਡਾ, ਬਿਲਕੁਲ ਬਹੁਤ ਜ਼ਿਆਦਾ ਇਫੈਕਟ ਹੋਇਆ। ਕਿੰਨੇ ਬੰਦੇ ਲੇ ਆਫ ਹੋ ਗਏ। ਬਹੁਤ ਸਾਰੇ 에ਅਰਪੋਰਟ ਇਸ ਤਰ੍ਹਾਂ ਦੇ ਹੈਗੇ ਜੀ, ਮੈਂ ਦੇਖੇ ਵਰਲਡ ਦੇ ਵਿੱਚ, ਤੁਹਾਡਾ ਪਲੇਨ ਜਿਹੜਾ ਉਹ ਰਨਵੇ ਤੋਂ ਦੌੜ ਰਿਹਾ, ਅਜੇ ਉਹਨੇ ਏਦਾਂ ਜਾ ਰਿਹਾ ਤੇ ਅਜੇ ਇੱਧਰ ਸਿੱਧਾ ਹੋਣਾ ਹੀ ਆ, ਪਿੱਛੋਂ ਇੱਕ ਹੋਰ ਆ ਗਿਆ, ਠੀਕ ਹੈ ਜੀ। ਇੰਨਾ ਫਾਸਟ, ਇੰਨਾ ਬਿਜ਼ੀ 에ਅਰਪੋਰਟ ਹੁੰਦਾ ਸੀ, ਇੰਨਾ ਫਾਸਟ ਟ੍ਰੈਫਿਕ ਹੁੰਦਾ ਸੀਗਾ। ਹੁਣ ਤਾਂ ਸੁੰਨਮਸਾਨ ਪਏ ਸਾਰੀ ਦੁਨੀਆ ਦੇ ਪੂਰੇ 에ਅਰਪੋਰਟ। ਇਹਦਾ ਕਿੰਨਾ ਕੁ ਇਫੈਕਟ ਪਿਆ ਹੋਏਗਾ ਤੁਹਾਨੂੰ ਲੱਗਦਾ ਆਮ ਲੋਕਾਂ ਨੂੰ ਵੀ? ਤੇ ਬਹੁਤ ਹੀ ਵੱਡਿਆਂ ਲੋਕਾਂ ਦੇ ਤੇ ਚਲੋ ਕਾਰੋਬਾਰ ਸੀ ਨੇ ਜੀ, ਉਹ ਤਾਂ ਬੰਦ ਹੋ ਗਏ। ਟੂਰਿਜ਼ਮ ਤੇ ਬਹੁਤ ਹੀ ਫਰਕ ਪਿਆ ਆ, ਟੂਰਿਜ਼ਮ ਕਰਕੇ ਤੇ ਹਰ ਕਿਸੇ ਨੂੰ ਫਰਕ ਪਿਆ, ਜਿਹੜੀ ਛੋਟੀ ਸਿਟੀਜ਼ ਨੇ, ਵੱਡੀ ਸਿਟੀਜ਼ ਹੋ ਗਈ, ਕੁਝ ਵੀ ਹੋ ਗਿਆ। ਹੁਣ ਤੁਸੀਂ ਦੇਖ ਲਓ ਜੇ ਸਾਡਾ ਹੀ ਬਾਰਡਰ ਜਿਹੜਾ ਬੰਦ ਪਿਆ ਇਸ ਟਾਈਮ US ਕੈਨੇਡਾ ਦਾ, ਤੇ ਪਹਿਲਾਂ ਕਿੰਨਾ ਆਉਣ ਜਾਣ ਹੁੰਦਾ ਸੀਗਾ। ਕਈ ਵਾਰੀ ਮੈਂ ਲੋਕਾਂ ਨੂੰ ਸੁਣਿਆ ਉਹ 2 ਡੇਜ਼ ਆਫ ਨੇ, ਅਸੀਂ USA ਚੱਲੇ, ਸਵੇਰੇ ਸ਼ਾਮੀ ਵਾਪਸ ਆ ਜਾਂਦੇ ਕਈ ਤਾਂ, ਸੋ ਉਹਦੇ ਹੁਣ ਫਿਨਿਸ਼ ਬੰਦ ਪਿਆ, ਬੰਦ ਹੋ ਗਿਆ। ਇੱਕ ਫੂਡ ਇੰਡਸਟਰੀ ਦੀ ਗੱਲ ਜ਼ਰੂਰ ਮੈਂ ਕਰਨੀ ਚਾਹੁੰਦਾ। ਫੂਡ ਇੰਡਸਟਰੀ ਦੀ ਉਹਦਾ ਵੀ ਬੜਾ ਬੈਡ ਇਫੈਕਟ ਹੋਇਆ ਉਹਦੇ ਤੇ। ਹੋਟਲ ਰੈਸਟੋਰੈਂਟ ਜਿਹੜੇ ਸਾਰੇ ਬੰਦ। ਹੁਣ ਚਲੋ ਥੋੜਾ 25% ਉਹਨਾਂ ਨੇ ਖੋਲਣ ਦੀ ਗੱਲ ਕੀਤੀ। ਮੈਂ ਇਹ ਦੇਖਿਆ ਕਿ ਬਿਕਾਜ਼ ਆਫ ਜਿਹੜੇ ਉਬਰ ਈਟਸ ਹੋ ਗਿਆ ਜਾਂ ਜੇ ਸਕਿਪਡ ਡਿਸ਼ਸ ਹੋ ਗਏ, ਦੇ ਆਰ ਆਲ ਬਿਜ਼ੀ, ਦੇ ਆਰ ਕੁਆਇਟ ਬਿਜ਼ੀ ਐਕਚੁਅਲੀ। ਤੇ ਉਹਨਾਂ ਦੇ ਕੀ ਹੋਇਆ ਕਿ ਆਈ ਥਿੰਕ ਇਟ ਜਨਰੇਟਡ ਏਮਪਲੋਇਮੈਂਟ। ਜੇ ਇੱਥੋਂ ਏਮਪਲੋਇਮੈਂਟ ਖਿੱਚੀ ਗਈ ਆ ਤੇ ਉੱਥੇ ਏਮਪਲੋਇਮੈਂਟ ਜਨਰੇਟ ਵੀ ਹੋਈ ਆ, ਕਿ ਜਿੱਥੇ ਸਟਾਫ ਘੱਟ ਹੋ ਗਿਆ ਇਹਨਾਂ ਦਾ ਅੰਦਰ, ਬਿਕਾਜ਼ ਆਬਵੀਅਸਲੀ ਲੋਕੀ ਬੈਠ ਕੇ ਖਾਣਾ ਨਹੀਂ ਖਾ ਸਕਦੇ ਸੀ ਉਸ ਟਾਈਮ, ਬਟ
obviously then other people got work because ਪਰਸਨਲ ਐਕਸਪੀਰੀਅੰਸ ਦੱਸਿਓ yeah ਰੈਸਟੋਰੈਂਟ 'ਚ ਜਾ ਕੇ ਖਾਣਾ ਪਸੰਦ ਲੱਗਦਾ ਕਿ ਰੈਸਟੋਰੈਂਟ ਤੋਂ ਜਿਹੜਾ ਟੇਕ ਆਊਟ ਲੈ ਲੈਂਦੇ ਘਰ ਆ ਕੇ ਡਿਪੈਂਡ ਕਰਦਾ ਤੁਸੀਂ ਕਿਹੜੇ ਰੈਸਟੋਰੈਂਟ ਤੋਂ ਲੈ ਰਹੇ ਹੋ ਜੀ ਨਹੀਂ ਕੋਈ ਵੀ ਹੋਵੇ ਕੋਈ ਰੈਸਟੋਰੈਂਟ ਹੈ ਤੁਸੀਂ ਉੱਥੇ ਬੈਠ ਕੇ ਖਾਣਾ ਪਸੰਦ ਕਰਦੇ ਹੋ ਪਰਸਨਲੀ ਮੈਂ ਤੁਹਾਨੂੰ ਗੱਲ ਦੱਸਾਂ ਮੇਰੇ 2 ਬੱਚੇ ਆ ਮੈਨੂੰ ਰੈਸਟੋਰੈਂਟ 'ਚ ਬੈ ਕੇ ਖਾਣਾ ਖਾਦੇ ਹੋਏ ਬਹੁਤ ਟਾਈਮ ਹੋ ਗਿਆ ਆ ਕਿਉਂਕਿ ਸਾਡੇ ਟਿੱਕੇ ਬੰਦੇ ਨਹੀਂ ਮਤਲਬ ਉਸੇ ਰੈਸਟੋਰੈਂਟ ਤੋਂ ਘਰ ਵੀ ਖਾਣਾ ਲਿਆ ਕੇ ਹਾਂਜੀ ਖਾ ਸਕਦੇ ਹਾਂ ਇੰਜੋਏ ਕੀਤਾ ਜਾ ਸਕਦਾ ਬਟ ਅਸੀਂ ਡੈਫੀਨਿਟਲੀ ਜੇ ਸਾਡੇ ਕੋਲ ਓਪਰਚੁਨਿਟੀ ਹੋਏ ਸੋ ਅਸੀਂ ਬੈਠ ਕੇ ਖਾਣਾ ਲਾਈਕ ਕਰੂੰਗੇ ਬਿਕਾਜ਼ ਉੱਥੇ ਫਿਰ ਇਹ ਹੈਗਾ ਨਾ ਕਿ ਤੁਹਾਡੀ ਬਾਕੀ ਸਾਰੀ ਕਲੀਨ ਅਪ ਫਿਨਿਸ਼ ਹੋ ਗਈ ਤੁਹਾਡੇ ਡਿਸ਼ਸ ਦਾ ਕੰਮ ਨਹੀਂ ਹੋ ਗਿਆ ਦੈਟਸ ਇਟ ਉਤਨੇ ਹੀ ਪੈਸੇ ਉੱਥੇ ਦੇ ਕੇ ਖਾਣਾ ਆ ਨਹੀਂ ਪਰ ਟੇਕ ਆਊਟ ਤਾਂ ਸਸਤਾ ਹੋਏਗਾ ਟੇਕ ਆਊਟ ਤਾਂ ਕਿਉਂ ਸਸਤਾ ਹੋਏਗਾ ਜਿਹੜਾ ਮੈਨੂ ਉੱਥੇ ਬੈਠ ਕੇ ਤੁਸੀਂ ਨਹੀਂ ਬੈਠ ਕੇ ਤੁਸੀਂ ਉਹਨਾਂ ਦਾ ਟੇਬਲ ਚੇਅਰਸ ਯੂਜ਼ ਕਰਦੇ ਹੋ ਉਹ ਉਹਨਾਂ ਨੂੰ ਸਸਤਾ ਪੈ ਗਿਆ ਨਾ ਖਾਣਾ ਤੇ ਮੈਨੂ ਕਾਰਡ ਤੇ ਤੁਹਾਡਾ ਉਹੀ ਹੈ ਅੱਛਾ ਉਹਦਾ ਰੇਟ ਸੇਮ ਹੈ ਰੇਟ ਤੇ ਸੇਮ ਹੈ ਇਟਸ ਈਜ਼ੀਅਰ ਫॉर them ਜਿਹੜਾ ਬੰਦਾ ਖਾਣਾ ਉੱਥੋਂ ਪਿਕ ਕਰਕੇ ਲੈ ਕੇ ਚਲਾ ਗਿਆ ਉਹਨਾਂ ਨੂੰ ਓਵਰਹੈਡ ਚਾਰजेस ਨਹੀਂ ਪਏ ਕਿਸੇ ਬੰਦੇ ਨੇ ਟੇਬਲਸ ਨਹੀਂ ਕਲੀਨ ਕੀਤੀਆਂ ਕੁਝ ਨਹੀਂ ਕੀਤੀਆਂ they have saved on that definitely ਕਿ ਹਾਂ ਥਾਂ ਖੋਲ ਕੇ ਬੈਠੇ ਹੋਏ ਆ that's different but overhead charges ਤੇ ਥੋੜੇ ਵਿੱਚ ਤੇ ਘਟਾਤਾ ਹੈ ਪਰ ਤੁਸੀਂ ਦੇਖੋ ਦੂਸਰੇ ਪਾਸੇ ਪੀਜ਼ੇ ਦੀ ਗੱਲ ਹੈ ਪੀਜ਼ਾ ਤੇ ਲੋਕੀ ਘਰ ਲਿਆ ਕੇ ਮੰਗਵਾ ਕੇ ਜਾਂ ਆਪ ਲਿਆ ਕੇ ਉਹ ਚੱਲ ਹੀ ਰਿਹਾ ਹੁਣ ਤਾਂ ਮਤਲਬ ਵੈਸੇ ਹੀ ਲੋਕੀ ਉਹ ਟੇਕ ਆਊਟ ਹੁੰਦਾ ਆਲਵੇਜ਼ ਇਹ ਤਾਂ ਹੈ ਹੀ ਨਹੀਂ ਉੱਥੇ ਬੈਠ ਕੇ ਮੇਰਾ ਖਿਆਲ ਨਹੀਂ ਉੱਥੇ ਬੈਠ ਕੇ ਪੀਜ਼ਾ ਤੁਸੀਂ ਖਾ ਸਕਦੇ ਹੋ ਕਿਸੇ ਰੈਸਟੋਰੈਂਟ 'ਚ ਪੀਜ਼ਾ ਸ਼ਾਪ 'ਚ ਨਹੀਂ ਮੇਰਾ ਖਿਆਲ ਹੁੰਦਾ ਬਿਲਕੁਲ ਹੁਣ ਵੀ ਹੈਗਾ ਹੀ ਹੈ ਥੋੜਾ ਬਹੁਤ ਅਲਾਉ ਕੀਤਾ ਹੀ ਹੋਇਆ ਹੈ ਨਾ ਹਾਂ ਪਰ ਮੋਸਟਲੀ ਜਿਹੜਾ ਮੇਰੇ ਖਿਆਲ ਮੋਰ ਦੈਨ 90% ਲੋਕ ਪੀਜ਼ਾ ਡਿਲੀਵਰ ਕਰਵਾਉਂਦੇ ਆ ਐਟ ਹੋਮ ਆਰਡਰ ਕਰਦੇ ਆ ਜਾਂ ਫਿਰ ਆਪ ਲੈ ਆਉਂਦੇ ਜਾ ਕੇ ਠੀਕ ਹੈ ਹੋਰ ਜਿਹੜੇ ਬਿਜ਼ਨਸ ਦਾ ਬੈਡ ਫੈਕਟਰ ਜਿਹੜਾ ਆਪਾਂ ਛੱਡ ਲਈਏ ਹਾਂਜੀ ਵੀ ਦਾ ਬੈਡ ਇਫੈਕਟ ਹੋਇਆ ਗੁੱਡ ਇਫੈਕਟ ਅਸੀਂ ਇਹ ਕਿਹਾ ਹੀ ਨਾ ਕਿ ਇਨੋਵੇਸ਼ਨ ਆਈ ਹੈ ਕਿੰਨੀ ਉਹ ਤਾਂ ਗੱਲ ਹੋ ਗਈ ਮਾਰਕੀਟਿੰਗ ਦੀ ਗੱਲ ਵੀ ਹੋ ਗਈ ਇਨੋਵੇਟਿਵ ਤਰੀਕੇ ਨਾਲ ਬਜਟ ਤੁਹਾਡੇ ਕੰਟਰੋਲ 'ਚ ਹੋ ਗਿਆ ਜਾਂ ਤੁਸੀਂ ਕਾਫੀ ਹੈਗਾ ਤੁਹਾਡੇ ਕੋਲ ਓਪਰਚੁਨਿਟੀਜ਼ ਬਹੁਤ ਹੋ ਗਈਆਂ ਚੋਇਸ ਤੁਸੀਂ ਚੂਜ਼ ਹੀ ਬਣ ਸਕਦੇ ਹੋ ਚੋਇਸਿਸ ਤੁਹਾਡੇ ਕੋਲ ਬਹੁਤ ਹੈਗੀਆਂ ਹੋਰ ਕੀ ਚੰਗਾ ਪੱਖ ਜਿਹੜਾ ਇਹਦਾ ਕੋਵਿਡ ਦਾ ਸਭ ਤੋਂ ਬੈਸਟ ਪਾਰਟ ਜਿਹੜਾ ਕੋਵਿਡ ਦਾ ਮੈਨੂੰ ਲੱਗਿਆ ਆ ਜਿਹੜਾ ਮੈਨੂੰ ਬਹੁਤ ਫਾਇਦਾ ਹੋਇਆ ਕਿ ਵਰਕ ਫਰਮ ਹੋਮ ਮੇਰੇ ਹਸਬੈਂਡ ਹੁਣ ਕਾਫੀ ਹੱਦ ਤੱਕ ਘਰੋਂ ਹੀ ਕੰਮ ਕਰਦੇ ਆ ਮੇਰੀ ਥੋੜੀ ਜਿਹੀ ਲਾਈਫ ਉਹਦੇ ਕਰਕੇ ਸੌਖੀ ਹੋ ਗਈ ਆ ਵਰਕ ਫਰਮ ਹੋਮ ਜਿਹੜਾ ਕਰਦੇ ਆ ਮੇਰੀ ਫੈਮਿਲੀ ਵਿੱਚ ਵੀ ਵਰਕ ਫਰਮ ਹੋਮ ਮੇਰੇ ਫੈਮਿਲੀ ਮੈਂਬਰ ਕਰਦੇ ਹੈਗੇ ਆ ਪਰ ਉਹ ਤਾਂ ਸਾਰਾ ਦਿਨ ਜਿਵੇਂ ਆਫਿਸ 'ਚ ਹੈਗਾ ਕਰਨਾ ਉਸੇ ਤਰ੍ਹਾਂ ਹੀ ਕਰਨਾ ਪੈਂਦਾ ਐਗਜ਼ੈਕਟਲੀ ਬਟ ਉਹ ਹੈਗਾ ਨਾ ਕਿ ਇੱਕ ਤੁਹਾਨੂੰ ਕਨਸਟੈਂਟ ਰਨਿੰਗ ਅਰਾਊਂਡ ਨਹੀਂ ਹੈਗੀ ਆ ਕਿ ਤੁਸੀਂ ਐਟਲੀਸਟ ਜੇ ਤੁਸੀਂ ਹੁਣ ਕੰਮ ਤੇ ਜਾਣਾ ਆ ਤੁਸੀਂ अर्ਲੀ ਉੱਠੇ ਕੱਪੜੇ ਚੇਂਜ ਕੀਤੇ ਖਾਣਾ ਖਾਦਾ ਕਰੋਗੇ ਨਾਓ ਐਟਲੀਸਟ ਇੱਕ ਥੋੜੀ ਜਿਹੀ ਕੰਫਰਟ ਹੈਗੀ ਹੈ ਕਿ ਓਕੇ ਚਾਹ ਦਾ ਕੱਪ ਲਿਆ ਸੀ ਟੇਬਲ ਤੇ ਬਹਿ ਗਏ ਐਂਡ ਦੈਨ ਨਾਲ ਚਾਹ ਪੀ ਜਾਓ ਨਹੀਂ ਉਹ ਤੇ ਚਲੋ ਤੇ ਕੰਮ ਤੇ ਵੀ ਕਰ ਸਕਦੇ ਆ ਬਟ ਇੱਕ ਤੁਹਾਡੀ ਕਮਿਊਟ ਘਟ ਗਈ ਆ ਕਮਿਊਟ ਘਟ ਗਈ ਹਾਂਜੀ ਤੁਹਾਡੀ ਕਮਿਊਟ ਜਿਹੜਾ ਤੁਸੀਂ ਟਾਈਮ ਸਪੈਂਡ ਕੀਤਾ ਕਮਿਊਟ ਵਿੱਚ ਬੈਕ ਐਂਡ ਕਮਿਊਟ ਦੀ ਗੱਲ ਤੁਸੀਂ ਕੀਤੀ ਸੜਕਾਂ ਤੇ ਰਸਤਾ ਘਟਿਆ ਨਹੀਂ ਹਾਂਜੀ ਸੜਕਾਂ ਤੇ ਨਹੀਂ ਹੁਣ ਜਦ ਕੋਵਿਡ ਸ਼ੁਰੂ ਹੋਇਆ ਸੀਗਾ ਕਿੰਨਾ ਸ਼ੁਰੂ ਜਦੋਂ ਹੋਇਆ ਸੀਗਾ ਪਰ ਹੁਣ ਆਪਾਂ ਦੇਖੀਏ ਉਹਨਾਂ ਰਸ਼ ਦੁਬਾਰਾ ਉਹਨਾਂ ਇੱਕ ਰਸ਼ ਹੈ ਕਮਿਊਟ ਤਾਂ ਉਹਨਾਂ ਹੀ ਆ ਨਾ ਫਿਰ ਇਹ ਤਾਂ ਲੋਕੀ ਪਤਾ ਨਹੀਂ ਹੁਣ ਦੈਟਸ ਟਰੂ ਕਈ ਵਾਰੀ ਇਦਾਂ ਹੁੰਦਾ ਜਿਵੇਂ ਤੁਸੀਂ ਵਰਕ ਫਰਮ ਹੋਮ ਦੀ ਗੱਲ ਕੀਤੀ ਆ ਤੇ ਉਹ ਫੈਮਿਲੀ ਮੈਂਬਰ ਸੋਚਦੇ ਆ ਵੀ ਘਰ ਬੈਠੇ ਥੱਕ ਗਏ ਹੈਗੇ ਚਲੋ ਉਂਝ ਹੀ ਘੁੰਮ ਫਿਰ ਆਈਏ ਗੇੜਾ ਕੱਢੇਗੀ ਸ਼ਹਿਰ 'ਚ ਵੈਸੇ ਕਿਤੇ ਹਾਲਾਂਕਿ ਉਹਨਾਂ ਨੂੰ ਪਤਾ ਕਿਸੇ ਰੈਸਟੋਰੈਂਟ 'ਚ ਅਸੀਂ ਜਾ ਕੇ ਬੈਠ ਨਹੀਂ ਸਕਦੇ ਕਿਸੇ ਸਟੋਰ ਦੇ ਵਿੱਚ ਅਸੀਂ ਬੱਚਿਆਂ ਨੂੰ ਨਾਲ ਲੈ ਕੇ ਨਹੀਂ ਜਾ ਸਕਦੇ ਰਿਸਟ੍ਰਿਕਸ਼ਨਸ ਸਾਰੇ ਬਿਜ਼ਨਸ ਦੀਆਂ ਰਿਸਟ੍ਰਿਕਸ਼ਨਸ ਹੈਗੀਆਂ ਫਿਰ ਵੀ ਉਹ ਬਿਨਾਂ ਲੋੜ ਤੋਂ ਘਰੋਂ ਬਾਹਰ ਨਿਕਲਦੇ ਆ ਵੀ ਚਲੋ ਥੋੜਾ ਮਾਹੌਲ ਹੀ ਚੇਂਜ ਹੋਊਗਾ ਠੀਕ ਹੈ ਇਹ ਵੀ ਤਾਂ ਹੋਣਾ ਹੀ ਚਾਹੀਦਾ ਉਹ ਵੀ ਹੈ ਉਹ ਤੇ ਹੋਇਆ ਹੀ ਆ ਹੁਣ ਡੈਫੀਨਿਟਲੀ ਹੁਣ ਜਦ ਕੋਵਿਡ ਸ਼ੁਰੂ ਹੋਇਆ ਸੀਗਾ ਤਾਂ ਲੋਕਾਂ ਨੇ ਅਰਾਊਂਡ ਮੈਨੀਟੋਬਾ ਕਿੰਨਾ ਟਰੈਵਲ ਕਰਨਾ ਸ਼ੁਰੂ ਕਰਤਾ ਸੀ ਉਹ ਅਸੀਂ ਇਹ ਪਾਰਟ ਨਹੀਂ ਦੇਖਿਆ ਮੈਨੀਟੋਬਾ ਦਾ ਹੁਣ ਅਸੀਂ ਇਹ ਦੇਖ ਕੇ ਆਵਾਂਗੇ ਹੁਣ ਅਸੀਂ ਇਹ ਦੇਖ ਕੇ ਆਵਾਂਗੇ ਉਹ ਤੇ ਸ਼ੁਰੂ ਹੋਇਆ ਹੀ ਸੀਗਾ ਸੋ ਆਈ ਥਿੰਕ ਵਿਚ ਵਾਸ ਨਾਈਸ ਕਿਉਂਕਿ ਮੈਂ ਵੀ ਫਿਰ ਗੂਗਲ ਕੀਤਾ ਕਿ ਮੈਨੀਟੋਬਾ ਦੇ ਆਸ-ਪਾਸ ਕਿਹੜੀ ਜਗ੍ਹਾਵਾਂ ਨੇ ਜਿਹੜੀ ਸਾਨੂੰ ਦੇਖਣੀਆਂ ਚਾਹੀਦੀਆਂ ਅਸੀਂ ਨਹੀਂ ਦੇਖੀਆਂ ਠੀਕ ਸੋ ਵੀ ਵਰ ਏਬਲ ਟੂ ਟਰੈਵਲ ਅਸੀਂ ਸਾਰਾ ਦੇਖ ਕੇ ਆਏ ਸੀਗੇ ਫਿਰ ਬਿਜ਼ਨਸ ਛੋਟੇ ਬਿਜ਼ਨਸ ਵਾਲੇ ਜਿਵੇਂ ਗੱਲ ਕੀਤੀ ਸੀ ਆਪਾਂ ਤੇ ਤੁਸੀਂ ਆਪਦਾ ਪਰਸਨਲ ਐਕਸਪੀਰੀਅੰਸ ਦੱਸਿਆ ਕਿ ਇਨੋਵੇਟਿਵ ਮਾਈਂਡ ਸੈੱਟ ਹੋ ਜਾਂਦਾ ਕਿ ਸਾਨੂੰ ਅੱਗੇ ਵਧਣ ਵਾਸਤੇ ਕੁਝ ਨਾ ਕੁਝ ਹੋਰ ਕਰਨਾ ਹੈ ਇੱਕ ਤੁਸੀਂ ਸਸਟੇਨੇਬਲ ਗਰੋਥ ਵੀ ਤਾਂ ਹੁੰਦੀ ਨਾ ਇਹਦੇ ਨਾਲ ਕੋਈ ਵੀ ਬਿਜ਼ਨਸ ਹੈਗਾ ਛੋਟਾ ਉਹਦੇ ਤੇ ਤੁਸੀਂ ਜਦੋਂ ਫੋਕਸ ਕਰਦੇ ਹੋ ਤੁਸੀਂ ਉਹਦੇ ਬੈਡ ਇਫੈਕਟ ਗੁੱਡ ਇਫੈਕਟ ਆਪਾਂ ਗੱਲ ਕਰ ਰਹੇ ਹਾਂ ਕੋਵਿਡ ਦੀ ਜਿਹੜੇ ਉਹਦੇ ਬੈਡ ਇਫੈਕਟ ਤੁਹਾਨੂੰ ਲੱਗਦਾ ਕਿ ਇਹ ਚੀਜ਼ ਜਿਹੜੀ ਆ ਇਹਨੇ ਮੈਨੂੰ ਇਹ ਮੇਰੇ ਬਿਜ਼ਨਸ ਵਾਸਤੇ ਹੁਣ ਚੰਗੀ ਨਹੀਂ ਹੈ ਤੇ ਉਹਦਾ ਆਲਟਰਨੇਟਿਵ ਲੱਭਣ ਲੱਗਦੇ ਆਪਾਂ ਤੇ ਉਹਦੇ ਨਾਲ ਤੁਹਾਡਾ ਬਿਜ਼ਨਸ ਜਿਹੜਾ ਉਹ ਗਰੋ ਵੀ ਤਾਂ ਕਰਦਾ
ਇਹ ਗੱਲ ਕਿਹਨਾਂ ਤੇ ਲਾਗੂ ਹੁੰਦੀ? I think ਇਹ ਸਾਰਿਆਂ ਤੇ ਲਾਗੂ ਹੁੰਦੀ ਹੈ ਕਿਉਂਕਿ ਕੋਈ ਨਾ ਕੋਈ ਨਵਾਂ ਤਰੀਕਾ ਤੇ ਅਸੀਂ ਲੱਭਿਆ ਨਾ ਬਿਜ਼ਨਸ ਵਾਸਤੇ। ਹੁਣ ਫੋਰ ਐਗਜ਼ਾਮਪਲ ਮੈਨੂੰ ਪਤਾ ਹੀ ਨਹੀਂ ਸੀਗਾ ਕਿ ਮੇਰਾ ਇੱਕ ਆਪਣਾ ਫਰੈਂਡ ਹੈਗਾ ਆ, ਉਹਦੀ ਆਪਣੀ ਕੰਪਨੀ ਆ ਜਿਹੜੇ ਤੁਸੀਂ ਵਾਲਮਾਰਟ ਤੋਂ ਫੂਡ ਆਰਡਰ ਕਰ ਸਕਦੇ ਹੋ ਉਹਦੀ ਵੈਬਸਾਈਟ ਦੇ ਥਰੂ ਜਾਂ ਸੁਪਰ ਸਟੋਰ ਤੋਂ ਆਰਡਰ ਕਰ ਸਕਦੇ ਹੋ। ਸੋ I found out about him. I was like ਮੈਨੂੰ ਪਤਾ ਨਹੀਂ ਸੀਗਾ ਕਿ ਇਹ ਕੰਮ ਕਰਦਾ। ਸੋ ਨਾਓ ਵਾਟ ਆਈ ਡੂ ਕਿ ਜਦ ਮੈਨੂੰ ਬਲੂਨਸ ਵਗੈਰਾ ਕਈ ਵਾਰੀ ਡਿਲੀਵਰ ਕਰਨੇ ਹੁੰਦੇ ਹਨ, ਆਈ ਐਮ ਟੂ ਬਿਜ਼ੀ, ਤੇ ਆਈ ਪੇ ਹਿਮ ਐਂਡ ਹੀ ਡਿਲੀਵਰਸ my balloons and I don't have to go anywhere ਤੇ now ਉਹਨੂੰ ਪਤਾ ਹੈ ਕਿ ਉਹਨੇ ਹੁਣ ਮੇਰੇ ਤੋਂ ਪਿਕ ਕਰਨਾ ਆ ਤੇ ਉਹਨੂੰ ਡਿਲੀਵਰ ਕਰ ਦੇਣਾ, ਤੇ ਜਿਹਨਾਂ ਨੂੰ ਡਿਲੀਵਰ ਕੀਤਾ ਕਹਿੰਦੇ ਸਾਨੂੰ ਪਤਾ ਨਹੀਂ ਸੀਗਾ that this is what you do. So I think that's what ਇੱਕ ਇਦਾਂ ਕਰਕੇ ਇੰਟਰੈਕਸ਼ਨ ਵੱਧ ਗਈ ਹੈ, like you're able to see the customer more, I think. ਇੱਕ ਤੁਸੀਂ ਗੱਲ ਵਿੱਚ ਕੀਤੀ ਸੀਗੀ ਕਿ ਤੁਸੀਂ ਕੋਈ ਗੂਗਲ ਤੇ ਪਾਉਂਦੇ ਹੋ ਕੋਈ ਚੀਜ਼ ਫਾਈਂਡ ਕਰਨੀ ਆ, ਬਾਏ ਕਰਨੀ ਹੈਗੀ ਆ, ਤੇ ਤੁਹਾਡੇ ਕੋਲ ਸਰਟਨ ਆਪਸ਼ਨਸ ਜਿਹੜੀਆਂ ਆਉਂਦੀਆਂ, ਇਹਦੇ ਨਾਲ ਵੈਸੇ ਹੁਣ ਜਿਹੜੇ ਬਿਜ਼ਨਸ ਤੇ ਗੂਗਲ ਤੇ ਬਿਜ਼ਨਸ ਕਰਦੇ ਆ, ਜਿਹੜੇ ਡਿਪੈਂਡੈਂਟ ਹੀ ਉਹ ਤੇ 100% ਡਿਪੈਂਡੈਂਟ, ਕਲਾਇੰਟ ਨਹੀਂ, ਬਿਜ਼ਨੈਸਸ ਜਿਹੜੇ ਹੈਗੇ ਉਹ ਕਲਾਇੰਟ ਨੂੰ ਤਾਂ ਆਪਸ਼ਨ ਮਿਲ ਗਈਆਂ ਉਹਨਾਂ ਦੇ, ਤੇ ਜੇ ਕਲਾਇੰਟ ਨੂੰ ਉਹ ਆਪਸ਼ਨਸ ਤਾਂ ਹੀ ਮਿਲੀ ਆ ਨਾ ਕਿਉਂਕਿ ਬਿਜ਼ਨੈਸਸ ਦੇ ਕੋਲ ਉਹ ਆਪਸ਼ਨਸ ਆ। ਜੇ ਕਲਾਇੰਟ ਇੰਸਟਾਗ੍ਰਾਮ ਤੇ ਕੁਝ ਲੱਭ ਰਿਹਾ ਆ ਉਹ ਇਸ ਕਰਕੇ ਲੱਭ ਰਿਹਾ ਨਾ ਬਿਕਾਜ਼ ਹੀ ਨੋਜ਼ ਦੈਟ ਦ ਬਿਜ਼ਨਸ ਇਜ਼ ਪ੍ਰੈਜ਼ੈਂਟ ਔਨ ਇੰਸਟਾਗ੍ਰਾਮ। ਇਹ ਕਲਾਇੰਟ ਨੂੰ ਤਾਂ ਇਹ ਵੀ ਹੋ ਗਿਆ ਨਾ ਜੀ ਕਿ ਹੁਣ ਉਹਦੇ ਕੋਲ ਆਪਸ਼ਨਸ ਇਹ ਆ ਗਈਆਂ, ਕਈ ਵਾਰੀ ਉਹ ਸੋਚ ਕੇ ਬੈਠਾ ਹੁੰਦਾ ਕਿ ਮੈਂ ਇਹ ਚੀਜ਼ ਬਾਏ ਕਰਨੀ, ਉਹਨੂੰ ਜਦੋਂ ਡਿਫਰੈਂਟ ਆਪਸ਼ਨ ਮਿਲਦੀਆਂ ਤੇ ਉਹਦਾ ਆਪਦਾ ਮਾਈਂਡ ਚੇਂਜ ਵੀ ਹੋ ਜਾਂਦਾ ਕਈ ਵਾਰੀ ਵੀ ਇਹ ਇੰਨੀ ਚੀਜ਼ ਇਹ ਮਿਲਦੀ ਪਈ ਹੈ, ਪ੍ਰਾਈਸ ਥੋੜਾ ਫਰਕ ਹੈਗਾ ਬੇਸ਼ੱਕ ਪਰ ਉਹ ਚੀਜ਼ ਬੈਟਰ ਹੈ ਹਨਾ। ਮੰਨ ਲਓ ਫਾਰ ਐਗਜ਼ਾਮਪਲ ਆਪਾਂ ਫੋਨ ਦੀ ਗੱਲ ਹੀ ਕਰਦੇ, ਇਹ ਡਾਟਾ ਇੰਨਾ ਮਿਲਦਾ ਹੈ, ਇਹਦੇ 'ਚ ਹੈਗਾ ਫੈਸਿਲਿਟੀਜ਼ ਹੈਗੀਆਂ, ਇਹੋ ਜਿਹੀਆਂ ਗੱਲਾਂ। ਇਹਦੇ ਨਾਲ ਦੂਜੇ ਪਾਸੇ ਆਪਾਂ ਦੇਖੀਏ, ਇਹ ਤਾਂ ਕਲਾਇੰਟ ਵਾਲਾ ਹੋ ਗਿਆ ਨਾ ਜੀ ਸਾਈਡ, ਕਿ ਕਲਾਇੰਟ ਨੂੰ ਆਪਸ਼ਨਸ ਮਿਲ ਗਈਆਂ। ਬਿਜ਼ਨੈਸਿਸ ਵਾਲਿਆਂ ਨੂੰ ਵੀ ਤਾਂ ਆਪਣੇ ਬਿਜ਼ਨਸ ਨੂੰ ਲੋਕਾਂ ਦੇ ਵਿੱਚ ਪਪੂਲਰ ਕਰਨ ਵਾਸਤੇ ਉਹਦੇ ਲਈ ਬਹੁਤ ਮਿਹਨਤ ਕਰਨੀ ਪਈ, ਬਿਲਕੁਲ ਕਰਨੀ ਪੈਂਦੀ ਹੈ। ਆਨਲਾਈਨ ਵਾਲਿਆਂ ਲਈ ਵੀ ਆਨਲਾਈਨ ਬਿਜ਼ਨੈਸਿਸ ਜਿਹੜਾ ਵਾ ਉਹ ਪਹਿਲਾਂ ਸ਼ਾਇਦ ਲੱਗਦਾ ਸੀਗਾ ਕਿ ਇਹ ਪਪੂਲਰ ਹੋ ਤਾਂ ਜਾਊਗਾ, ਇਟ ਵਿਲ ਟੇਕ ਟਾਈਮ, ਪਰ ਹੁਣ ਤਾਂ ਏਦਾਂ ਹੋ ਗਿਆ। ਠੀਕ ਹੈ, ਕਿਉਂਕਿ ਤੁਹਾਨੂੰ ਤੁਸੀਂ ਇੱਕ ਪੂਰੇ ਡੀਟੇਲ ਤੇ ਤੁਹਾਨੂੰ ਧਿਆਨ ਦੇਣਾ ਪੈਂਦਾ ਹੈ। ਜੈਸੇ ਫੋਰ ਐਗਜ਼ਾਮਪਲ ਜਦੋਂ ਮੈਨੂੰ ਅੱਜ ਇੱਕ ਕਿਸੇ ਦੀ ਇੰਸਟਾਗ੍ਰਾਮ ਤੇ ਮੈਨੂੰ ਨੋਟੀਫਿਕੇਸ਼ਨ ਆਈ ਕਿ ਅਸੀਂ ਇਹ ਕੰਮ ਕਰਾਉਣਾ ਚਾਹੁੰਦੇ ਹਾਂ, ਤੇ ਪਹਿਲਾਂ ਹੁੰਦਾ ਸੀਗਾ ਕਿ ਅੱਛਾ ਤੁਸੀਂ ਇਹ ਕੰਮ ਕਰਾਉਣਾ ਆ, ਠੀਕ ਹੈ, ਇਹਦੇ ਇੰਨੇ ਪੈਸੇ ਨੇ, ਇਹਦੇ ਇੰਨੇ ਪੈਸੇ ਨੇ, ਰਾਈਟ, ਬਟ ਇੰਨੇ ਡਾਲਰ ਹੈਗੇ, ਪੈਸੇ ਦੇ ਨਹੀਂ ਹੈਗੇ। ਸੋ ਤੇ ਮੈਂ ਹੁਣ ਮੇਰੀ ਕੀ ਆਦਤ ਹੋ ਗਈ ਹੈ ਕਿ ਹੁਣ ਮੈਂ ਉਹਨਾਂ ਨੂੰ ਸਾਰਾ ਕੁਝ ਪੁੱਛਦੀ ਹਾਂ, ਫਿਰ ਮੈਂ ਉਹਨਾਂ ਨੂੰ ਆਪਣੇ ਕਲਾਇੰਟ ਨੂੰ ਇਹ ਵੀ ਪ੍ਰਿਪੇਅਰ ਕਰਦੀ ਹਾਂ ਕਿ ਜੇ ਤੁਸੀਂ ਇਹ ਕਰਾਉਣਾ ਚਾਹੁੰਦੇ ਹੋ ਇਸ ਗੱਲ ਤੇ ਪ੍ਰਿਪੇਅਰ ਰਹੋ ਕਿ ਜੇ ਕੱਲ ਨੂੰ ਰਿਸਟ੍ਰਿਕਸ਼ਨਸ ਚੇਂਜ ਹੋ ਗਈਆਂ, ਜੇ ਇੱਥੋਂ ਮੂਵ ਕਰਕੇ ਕਿੱਥੇ ਹੋਰ ਕੰਮ ਕਰਨਾ ਪਿਆ ਤੁਹਾਨੂੰ। ਸੋ ਮੇਰੇ ਕਲਾਇੰਟ ਨੇ ਇਹ ਦੇਖਿਆ, ਮੇਰੇ ਕਲਾਇੰਟ ਨੇ ਮੈਨੂੰ ਕਿਹਾ ਕਿ ਅਸੀਂ ਹੋਰ ਵੀ ਲੋਕਾਂ ਦੇ ਕੋਲ ਗਏ ਸੀਗੇ, ਕਿਸੇ ਨੇ ਸਾਨੂੰ ਇੰਨੇ ਡਿਟੇਲ ਵਿੱਚ ਨਹੀਂ ਸਮਝਾਇਆ, ਸੋ we like that about you, so we are going to stick with you ਕਿਉਂਕਿ I was more detail oriented. So ਮੇਰੀ ਇਹ ਸ਼ੁਰੂ ਤੋਂ ਹੀ ਆਦਤ ਹੈਗੀ ਹੈ ਕਿ I like to prepare my client ਕਿ ਜੇ ਇਹ ਨਹੀਂ ਹੋ ਸਕਿਆ so maybe certain option ਦੇਉਂਗੇ ਕਲਾਇੰਟ ਨੂੰ ਵੈਸੇ ਵੀ ਚੰਗਾ ਲੱਗਦਾ ਹੈ ਕਿ ਮੈਨੂੰ ਗਾਈਡ ਕੀਤਾ ਗਿਆ। So it's it's always ਅਸੀਂ ਕਹਿੰਦੇ ਕਿ go above and beyond, right? So I think right now that is the time to go above and beyond to make sure ਕਿ ਤੁਹਾਡਾ ਜਿਹੜਾ ਕਸਟਮਰ ਹੈ, ਤੁਹਾਡਾ ਜਿਹੜਾ ਕਲਾਇੰਟ ਹੈਗਾ ਆ, comfortable, they feel that we are taken care of, we feel comfortable because comfort level ਇਸ ਟਾਈਮ ਖਤਮ ਹੋਇਆ ਹੋਇਆ ਹੈ, ਇੱਕ ਅਨਸਰਟਨਿਟੀ ਹੈ ਕੋਵਿਡ ਕਰਕੇ, ਰਾਈਟ? ਤੁਸੀਂ ਆਪਣੇ ਕਲਾਇੰਟ ਨੂੰ ਇੱਕ ਸਰਟਨਿਟੀ ਦੇ ਰਹੇ ਹੋ, ਤੁਸੀਂ ਆਪਣੇ ਕਲਾਇੰਟ ਨੂੰ ਇੱਕ ਕੰਫਰਟ ਦੇ ਰਹੇ ਹੋ, ਤੇ ਉਹਦੇ ਕਰਕੇ ਆਈ ਥਿੰਕ ਦੈਟਸ ਅ ਬਿਗ ਸੈਲਿੰਗ ਪੁਆਇੰਟ ਫॉर ਐਨੀ ਬਿਜ਼ਨਸ। ਅਨਸਰਟਨ ਦੀ ਤੁਸੀਂ ਗੱਲ ਕੀਤੀ, ਵਾਕਈ ਅਨਸਰਟਨ ਹੈ, ਦੁਬਾਰਾ ਵੇਵ ਫਿਰ ਚੱਲ ਪਈ ਹੈ, ਭਾਵੇਂ ਉਹ ਕੈਨੇਡਾ, ਭਾਵੇਂ ਅਮਰੀਕਾ, ਭਾਵੇਂ ਇੰਡੀਆ, ਸਾਰੀ ਜਗ੍ਹਾ ਇਸ ਤਰ੍ਹਾਂ ਲੱਗ ਰਿਹਾ ਕਿ ਥੋੜਾ ਜਿਹਾ ਸਕੂਨ ਮਿਲਿਆ ਸੀ, ਥੋੜਾ ਜਿਹਾ ਲੱਗਾ ਸੀ ਕਿ ਹੁਣ ਸਭ ਕੁਝ ਠੀਕ ਹੋ ਜਾਣਾ ਸ਼ਾਇਦ। ਜਦੋਂ ਸ਼ੁਰੂ ਵਿੱਚ ਹੋਇਆ ਨਾ ਜੀ, ਤੇ ਲੋਕੀ ਕਹਿੰਦੇ ਸੀ ਜਦੋਂ ਗਰਮੀ ਪਈ ਨਾ ਪੂਰੀ ਉਦੋਂ ਕੋਵਿਡ ਨੇ ਮਰ ਜਾਣਾ, ਕੋਵਿਡ ਮੱਛਰ ਥੋੜੀ ਹੈਗਾ ਸੀ ਜਿਹੜਾ ਮਰ ਜਾਣਾ ਸੀ ਗਰਮੀ ਨਾਲ। ਇਹ ਦੇਖੋ ਇਹ ਇਦਾਂ ਦੀ ਚੀਜ਼ ਹੈਗੀ ਹੈ ਕਿ ਇਹਨਾਂ ਨੇ ਵੀ ਕਿਹਾ ਸੀਗਾ ਸਾਨੂੰ ਇਹਦੇ ਬਾਰੇ ਕੋਈ ਫੁੱਲ ਇਨਫੋਰਮੇਸ਼ਨ ਨਹੀਂ ਹੈਗੀ, ਵੀ ਆਰ ਗੋਇੰਗ ਟੂ ਲਰਨ ਐਜ਼ ਵੀ ਗੋ, ਰਾਈਟ? ਸੋ ਆਈ ਥਿੰਕ ਉਹੀ ਚੱਲ ਰਿਹਾ ਹਾਲੇ ਵੀ ਕਿ ਜਦ ਤੱਕ ਸਾਰਿਆਂ ਨੂੰ ਵੈਕਸੀਨੇਸ਼ਨ ਮਿਲੂਗੀ ਉਹਦਾ ਕੀ ਇਫੈਕਟ ਹੋਊਗਾ ਸਾਰੇ ਕਰਕੇ, ਆਈ ਥਿੰਕ ਉਹਦੇ ਸਾਰਿਆਂ ਨੂੰ ਹੌਲੀ ਵੀ ਆਰ ਗੋਇੰਗ ਟੂ ਲਰਨ, ਵੀ ਆਰ ਆਲ ਗੋਇੰਗ ਟੂ ਲਰਨ ਟੂਗੇਦਰ ਅਬਾਊਟ ਦਿਸ। ਜਿਹੜੇ ਸਿਆਣੇ ਲੋਕ ਆ ਜੀ ਉਹ ਤਾਂ ਕਹੀ ਜਾਂਦੇ ਵੀ ਤੁਹਾਨੂੰ ਇਹਦੇ ਨਾਲ ਰਹਿਣਾ ਸਿੱਖਣਾ ਪੈਣਾ। ਯਾ ਦੈਟਸ ਟਰੂ, ਇਟਸ ਗੋਇੰਗ ਟੂ ਬਿਕਮ ਅ ਰਿਐਲਿਟੀ ਆਫ ਲਾਈਫ ਕਿ ਸਾਨੂੰ ਕੁਝ ਇੱਕ ਕਦੋਂ ਜਾਏਗਾ ਸਾਨੂੰ ਪਤਾ ਨਹੀਂ, ਰਾਈਟ? ਇੱਕ we have to learn to wear a mask, we have to learn to always wash our hands, we have to learn to do that. ਜਿਹੜੇ ਛੋਟੇ ਬਿਜ਼ਨਸ ਵਾਲੇ ਸੀਗੇ ਉਹ ਸੋਚਦੇ ਸੀਗੇ ਕਿ 4-6 ਮਹੀਨੇ ਔਖੇ ਕੱਢ ਲਓ, ਫਿਰ ਨਾਰਮਲ ਜਿਹੜੀ ਹੈਗੀ ਉਹ
ਬੈਕ ਟੂ ਜਿਹੜਾ ਸ਼ੁਰੂ ਹੋ ਜਾਣਾ, ਅਸੀਂ ਉਸ ਤਰੀਕੇ ਨਾਲ ਆਪਣਾ ਕੰਮ ਸਾਡਾ ਫਿਰ ਚੱਲ ਪਏਗਾ। ਉਹ ਕੀ ਕਰਨਗੇ? Again, they have to change their business model. ਇਨੋਵੇਟਿਵ ਮਾਈਂਡ ਉਹਨਾਂ ਨੂੰ ਆਪਣਾ ਸੈੱਟ ਕਰਨਾ ਪਏਗਾ। ਜੇ ਉਹ ਨਹੀਂ ਕਰਦੇ ਤੇ ਫਿਰ ਬਿਜ਼ਨੈਸਿਸ ਜਿਹੜੇ ਆ, ਇਸ ਤਰ੍ਹਾਂ ਵੀ ਹੋ ਸਕਦਾ ਕੁਝ ਬਿਜ਼ਨੈਸਿਸ ਜਿਹੜੇ ਹੈਗੇ ਆ ਉਹ ਬਿਲਕੁਲ ਹੀ ਫਲॉप ਹੋ ਜਾਣ, ਬੰਦ ਹੀ ਹੋ ਜਾਣ, ਤੇ ਉਹਨਾਂ ਨੂੰ ਜਿਹੜੇ ਓਨਰ ਹੈ ਉਹਨਾਂ ਨੂੰ ਹੋਰ ਕੁਝ ਕਰਨਾ ਪੈ ਜਾਏ। ਇਦਾਂ ਦੇ ਵੀ, ਐਂਡ ਆਈ ਥਿੰਕ ਹੋਇਆ ਵੀ ਹੈਗਾ ਆ। ਸਭ ਤੋਂ ਵੱਧ ਇਫੈਕਟ ਕਿਹੜੇ ਬਿਜ਼ਨਸ ਨੂੰ ਹੋਇਆ? ਆਈ ਥਿੰਕ ਹਰ ਇੰਡਸਟਰੀ ਵਿੱਚ ਕੁਝ ਨਾ ਕੁਝ ਇਫੈਕਟ ਹੋਇਆ, ਪਰ ਕੋਈ ਬੈਡਲੀ ਇਫੈਕਟਡ ਸਮਾਲ ਬਿਜ਼ਨਸ ਦੀ ਗੱਲ ਕਰਦੇ ਆ। ਸਮਾਲ ਬਿਜ਼ਨੈਸਿਸ ਤੇ ਬਹੁਤ ਹੀ ਇਫੈਕਟ ਹੋਏ ਨੇ, ਜਿਹੜੇ ਸਪੈਸ਼ਲੀ ਜਿਹੜੇ ਸਟੋਰ ਫਰੰਟ ਵਾਲੇ ਹੈਗੇ ਨੇ, ਰਾਈਟ। ਹੁਣ ਉਹ ਕੀ ਕਰਨ, ਉਹਨਾਂ ਨੂੰ ਫੋਰ ਐਗਜ਼ਾਮਪਲ ਹੁਣ ਮੇਰੀ ਇੱਕ ਫਰੈਂਡ ਹੈਗੀ ਆ, ਉਹਦਾ ਮੇਕਅਪ ਸਟੂਡੀਓ ਆ। ਉਹ ਕਹਿੰਦੀ ਮੈਨੂੰ ਸਮਝ ਹੀ ਨਹੀਂ ਆ ਰਹੀ, ਜੇ ਗਵਰਨਮੈਂਟ ਨੇ ਤੇ ਕਿਹਾ ਕਿ ਤੁਸੀਂ ਖੋਲ ਲਓ 1 ਤਰੀਕ ਤੋਂ, ਤੁਸੀਂ ਫੋਰ ਐਗਜ਼ਾਮਪਲ ਤੁਸੀਂ ਖੋਲ ਸਕਦੇ ਹੋ, ਕਹਿੰਦੀ ਮੈਂ ਮੇਰਾ ਕਲਾਇੰਟ ਕੋਈ ਅਪਾਇੰਟਮੈਂਟ ਹੀ ਨਹੀਂ ਬਣਾਉਣਾ ਚਾਹੁੰਦਾ। ਅੱਛਾ। ਤੇ ਜੇ ਮੈਂ ਖੋਲ ਵੀ ਲਵਾਂ ਤੇ ਮੇਰੇ ਕੋਲ ਅਪਾਇੰਟਮੈਂਟ ਹੀ ਨਹੀਂ ਹੈਗੀ ਆ, ਪਰ ਕਹਿੰਦੀ ਰੈਂਟ ਤੇ ਮੈਂ ਦੇਣਾ ਹੀ ਆ, ਰਾਈਟ। ਸੋ ਆਈ ਥਿੰਕ ਕਿ ਜਿਹੜੇ ਬਿਜ਼ਨਸ ਓਨਰਸ ਨੇ, ਹਰ ਕਿਸੇ ਨੂੰ ਇਹਦਾ ਵੈਸੇ ਕੀ ਆਲਟਰਨੇਟਿਵ ਹੈ ਜੀ? ਹਾਂਜੀ, ਇਹਦਾ ਤੇ ਕੋਈ ਆਲਟਰਨੇਟਿਵ ਹੀ ਨਹੀਂ ਹੈਗਾ। ਜਿੱਥੇ ਤੁਸੀਂ ਇੱਕ ਕਲਾਇੰਟ ਨੂੰ ਫੇਸ ਟੂ ਫੇਸ ਸਰਵਿਸ ਪ੍ਰੋਵਾਈਡ ਕਰਨੀ ਹੈਗੀ ਆ, ਉਹਦੇ ਵਿੱਚ ਤੁਸੀਂ ਕੀ ਕਰਦੇ? ਮਤਲਬ ਇਹ ਜਿਹੜਾ ਇਹੋ ਜਿਹੇ ਬਿਜ਼ਨਸ ਹੋਰ ਵੀ ਹੋਣਗੇ ਜਿਨ੍ਹਾਂ ਦੇ ਦੁਬਾਰਾ ਉੱਠਣ ਦੇ ਕੋਈ ਚਾਂਸਸ ਨਹੀਂ ਲੱਗਦੇ। ਮੈਂ ਇਹ ਤਾਂ ਨਹੀਂ ਕਹੂੰਗੀ ਕਿ ਉੱਠਣ ਦੇ ਚਾਂਸਸ ਨਹੀਂ ਲੱਗਦੇ। ਆਈ ਥਿੰਕ ਵਾਟਸ ਗੋਇੰ ਟੂ ਹੈਪਨ ਕਿ ਇੱਕ ਇਨਕਰੀਜ਼ਡ ਮੈਜਰ ਦੇ ਨਾਲ, ਇੱਕ ਇਨਕਰੀਜ਼ ਸੈਨੀਟਾਈਜੇਸ਼ਨ ਮੈਜਰ ਦੇ ਜਾਂ ਕਿਸੇ ਹੋਰ ਚੀਜ਼ ਦੇ ਨਾਲ ਸਾਰਾ ਕੁਝ ਵਾਪਸ ਤੇ ਆਊਗਾ, ਹਰ ਚੀਜ਼ ਬੰਦ ਤੇ ਨਹੀਂ ਹੋ ਜਾਊਗੀ। ਨਹੀਂ, ਚਲੋ ਸਾਨੂੰ ਇੰਨਾ ਤਾਂ ਡਿਸਕਰਜ ਨਹੀਂ ਹੋਣਾ ਚਾਹੀਦਾ ਕਿ ਦੁਨੀਆ ਬਦਲਣੀ ਤਾਂ ਹੁੰਦੀ ਹੈ। ਇਹ ਤਾਂ ਗੱਲ, ਇਹ ਤਾਂ ਨੇਚਰ ਦਾ ਰੂਲ ਹੈ ਨਾ ਕਿ ਕੁਛ ਨਾ ਕੁਛ ਬਦਲਣਾ ਹੁੰਦਾ, ਪਰ ਇੰਨਾ ਵੀ ਨਾ ਬਦਲ ਜਾਵੇ ਕਿ ਸਾਰਾ ਕੁਛ ਹੀ ਉਲਟਾ ਪੁਲਟਾ ਹੋ ਜਾਏ। ਠੀਕ ਹੈ, ਚਲੋ ਜੇ ਉਲਟਾ ਪੁਲਟਾ ਹੋ ਹੀ ਰਿਹਾ, ਉਹ ਤੇ ਸਾਡੇ ਕੰਟਰੋਲ ਚ ਹੁੰਦਾ ਤੇ ਫਿਰ ਕੋਵਿਡ ਹੁੰਦਾ ਹੀ ਨਾ। ਹਾਂ, ਫਿਰ ਉਹ ਵੀ ਕੰਟਰੋਲ ਚ ਹੋਣਾ ਸੀਗਾ, ਫਿਰ ਕੋਵਿਡ ਵੀ ਕੰਟਰੋਲ ਚ ਹੋਣਾ ਸੀਗਾ। ਬਿਲਕੁਲ। ਕੀ ਵੈਸੇ ਉਮੀਦ ਕਰਦੇ ਜੀ ਅਸੀਂ, ਜਿਹੜੇ ਸਾਡੇ ਸਮਾਲ ਬਿਜ਼ਨੈਸਿਸ ਹੈਗੇ ਉਹਨਾਂ ਨੂੰ ਕਿਵੇਂ ਦੁਬਾਰਾ ਸਰਵਾਈਵਲ ਵਾਸਤੇ ਕਿਵੇਂ ਸੋਚਣਾ ਚਾਹੀਦਾ, ਜਾਂ ਉਹਨਾਂ ਨੂੰ ਕਿਹੜੀ ਐਫਰਟਸ ਕਰਨੀਆਂ ਚਾਹੀਦੀਆਂ ਜਿਹਦੇ ਨਾਲ ਉਹਨਾਂ ਦਾ ਪਹਿਲਾਂ ਵਾਲਾ ਜਿਹੜਾ ਪੇਸ ਆ ਬਣਿਆ? ਸੀ ਐਜ਼ ਜਿੱਦਾਂ ਅਸੀਂ ਪਹਿਲਾਂ ਗੱਲ ਕਰ ਹਟੇ ਆ, ਲਾਈਕ ਆਪਣੇ ਬਿਜ਼ਨਸ ਨੂੰ ਦੇਖਦੇ ਹੋਏ ਉਹਦੇ ਹੋਰ ਆਲਟਰਨੇਟਿਵਸ ਲੱਭਣੇ ਕਿ ਅਸੀਂ ਜੇ ਇਹ ਚੀਜ਼ ਵੇਚ ਰਹੇ ਹਾਂ, ਹੁਣੇ ਵਿਕਣੀ ਬੰਦ ਹੋ ਗਈ ਆ, ਇਹਨੂੰ ਕਿਸ ਤਰੀਕੇ ਨਾਲ ਵੇਚਿਆ ਜਾਏ, ਰਾਈਟ। ਅਸੀਂ ਵੇਚਦੇ ਸੀ ਕਰਕੇ ਰਹੇ ਸੀਗੇ ਨਾ, ਬਿਕਾਜ਼ ਸਾਡੇ ਕੋਲ ਇਹਦਾ ਇੱਕ ਕਲਾਇੰਟ ਸੀਗਾ, ਸਾਡਾ ਕੰਜ਼ਿਊਮਰ ਸੀਗਾ। ਹੁਣ ਜੇ ਉਹ ਕੰਜ਼ਿਊਮਰ ਨਹੀਂ ਆ ਰਿਹਾ, ਉਹ ਕਿਉਂ ਨਹੀਂ ਆ ਰਿਹਾ? ਹਾਊ ਡੂ ਵੀ ਰੀਚ ਦੈਟ ਕੰਜ਼ਿਊਮਰ, ਹੈ ਨਾ। ਤੇ ਅਸੀਂ ਨਾਓ ਦੈਟਸ ਵਾਟ ਵੀ ਹੈਵ ਟੂ ਲਰਨ, ਹੈ ਨਾ। ਤੇ ਉਹਨੂੰ ਇਨੋਵੇਸ਼ਨ ਕਹਿੰਦੇ ਆ। ਮੇਰਾ ਇੱਕ ਵਿਚਾਰ ਹੈ ਜੀ, ਪਤਾ ਨਹੀਂ ਤੁਹਾਨੂੰ ਚੰਗਾ ਲੱਗੇ ਕਿ ਨਹੀਂ। ਬਿਲਕੁਲ ਚੰਗਾ ਲੱਗੇ। ਜਿਵੇਂ ਤੁਸੀਂ ਗੱਲ ਕਰਦੇ ਸੀਗੇ ਕਿ ਉਹ ਮੇਕਅਪ ਆਰਟਿਸਟ ਹੈ ਤੁਹਾਡੀ ਕੋਈ ਫਰੈਂਡ, ਉਹਨੂੰ ਲੱਗਦਾ ਕਿ ਉਹਨੇ ਆਪਣਾ ਉਹ ਜਿਹੜਾ ਮੇਕਅਪ ਸਟੂਡੀਓ ਉਹਨੇ ਖੋਲ ਲਿਆ, ਜਾਂ ਗਵਰਨਮੈਂਟ ਨੂੰ ਇਜਾਜ਼ਤ ਦੇ ਦਿੱਤੀ ਖੋਲਣ ਵਾਸਤੇ, ਹੈਲਥ ਅਥਾਰਟੀ ਨੇ ਕਹਿ ਦਿੱਤਾ ਕਿ ਡਿਊ ਪ੍ਰੀਕਾਸ਼ਨਸ ਲੈ ਕੇ ਤੁਸੀਂ ਇਹਨੂੰ ਖੋਲ ਸਕਦੇ ਹੋ, ਪਰ ਕਲਾਇੰਟ ਨਹੀਂ ਆ ਰਿਹਾ। ਉਹ ਜੇ ਉਹ ਇਨੋਵੇਟਿਵ ਹੋਵੇ ਤੇ ਮੈਨੂੰ ਲੱਗਦਾ ਉਹਨੂੰ ਇਸ ਪਾਸੇ ਹੋਣਾ ਚਾਹੀਦਾ ਕਿ ਕਲਾਇੰਟ ਨੂੰ ਘਰ ਬੈਠੇ ਹੀ ਤੁਸੀਂ ਗਾਈਡ ਕਰੋ ਕਿ ਕਿਵੇਂ ਮੇਕਅਪ ਟਿਊਟੋਰੀਅਲ ਕਰੋ, ਤੇ ਉਹਦੇ ਪੈਸੇ ਲੈ ਲਓ, ਹੈ ਨਾ ਜੀ। ਉਹਨੇ ਜਿਹੜਾ ਮੇਕਅਪ ਆਰਟਿਸਟ ਆ, ਉਹਨੇ ਵੀ ਕਿਤੋਂ ਸਿੱਖਿਆ ਹੀ ਆ ਨਾ ਜੀ, ਪੈਸੇ ਦੇ ਕੇ ਸਿੱਖਿਆ ਹੋਊਗਾ, ਉਹਨੇ ਵੀ ਤਾਂ ਕੋਈ ਕੋਰਸ ਕੀਤਾ ਹੋਊਗਾ, ਕੋਈ ਸਟੱਡੀ ਕੀਤੀ ਹੋਊ, ਟਾਈਮ ਸਪੈਂਡ ਕੀਤਾ ਹੋਊ, 2 ਸਾਲ ਲਾਏ ਹੋਣਗੇ, ਤੇ ਉੱਥੇ ਪਤਾ ਨਹੀਂ $10,000 ਦਾ ਕਿ $20,000 ਖਰਚਾ ਆਇਆ ਵਾ, ਤਾਂ ਹੀ ਤਾਂ ਉਹ ਇੱਕ ਮੇਕਅਪ ਦਾ ਮਟੀਰੀਅਲ ਭਾਵੇਂ ਉਹ $10 ਦਾ ਹੋਵੇ ਤਾਂ $100 ਚਾਰਜ ਕਰਦੇ, ਆਪਦੀ ਸਕਿੱਲ ਦੇ ਪੈਸੇ ਚਾਰਜ ਕਰਦੇ ਨਾ। ਇਸ ਸਕਿੱਲ ਨੂੰ ਇਸ ਤਰੀਕੇ ਨਾਲ ਵੀ ਕੀਤਾ ਜਾ ਸਕਦਾ ਹੈ। ਚਾਂਸ I have no idea। ਪਰ ਇਦਾਂ ਦੇ ਆਈਡੀਆ ਜੇ ਐਕਸਪਲੋਰ ਹੋਣ ਤਾਂ ਮੈਨੂੰ ਲੱਗਦਾ ਕਿ ਲੋਕੀ ਇੱਕ ਨਵੀਂ ਚੀਜ਼ ਹੈ, ਨਵੀਂ ਸੋਚ ਹੈਗੀ ਹੈ, ਇਸ ਪਾਸੇ ਨੂੰ ਵਧਿਆ ਜਾ ਸਕਦਾ। ਚਲੋ ਚੰਗੇ ਪੱਖ ਵੀ ਹੈਗੇ ਸਾਰੇ ਇਸ ਕੋਵਿਡ ਕਰਕੇ, ਜੋ ਸਿਚੁਏਸ਼ਨ ਚੇਂਜ ਹੋਈਆਂ, ਬੁਰੇ ਵੀ ਹੈਗੇ, ਬੁਰੇ ਭੁੱਲਣੇ ਚਾਹੀਦੇ, ਚੰਗਿਆਂ ਵੱਲ ਵਧਣਾ ਚਾਹੀਦਾ, ਚੰਗਿਆਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ। ਜੋ ਚੰਗਾ ਹੋਇਆ ਉਹ ਸ਼ਾਇਦ ਬੈਟਰਮੈਂਟ ਲਈ ਹੋਇਆ, ਕਮਿਊਨਿਟੀ ਦੇ ਬੈਟਰਮੈਂਟ ਲਈ ਹੋਇਆ। ਹੋਰ ਬੈਟਰਮੈਂਟ ਕਿਵੇਂ ਕੀਤੀ ਜਾ ਸਕਦੀ, ਇਹਦੇ ਵਾਸਤੇ ਸੋਚਣ ਦੀ ਲੋੜ ਹੈ। ਤੁਸੀਂ ਆਏ ਹੋ, ਬੜੀਆਂ ਪਿਆਰੀ ਗੱਲਾਂ ਕੀਤੀਆਂ, ਔਰ ਆਪਣੇ ਤੁਹਾਡੇ ਐਕਸਪੀਰੀਅੰਸ ਦੀਆਂ ਗੱਲਾਂ ਕੀਤੀਆਂ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ, ਥੈਂਕ ਯੂ।